ਬਾਬਾ ਜੀ ਅਗਰ ਨੌਨ ਸਤਸੰਗੀ ਪਰਿਵਾਰ ਦੇ ਵਿੱਚੋਂ ਰਿਸ਼ਤਾ ਆਂਦਾ ਵਾ ਤੇ ਉਹ ਕਰਨਾ ਚਾਹੀਦਾ ਵਾ? ਮੈਨੂੰ ਨਹੀਂ ਪਤਾ ਬੇਟਾ ਨੌਨ ਸਤਸੰਗੀ ਕੌਣ ਹੈ। ਬਾਬਾ ਬੇਟਾ ਜੀ ਸਾਰੇ ਮਾਲਕ ਦੇ ਬੰਦੇ ਆ, ਇਨਸਾਨ ਚੰਗੇ ਹੋਣੇ ਚਾਹੀਦੇ ਆ ਬੇਟਾ। ਇਹ ਕਿੱਥੇ ਲਿਖਿਆ ਕਿ ਸਾਰੇ ਸਤਸੰਗੀ ਸੰਤ ਮਹਾਤਮਾ ਹੈ? ਬਦਮਾਸ਼ ਨਹੀਂ ਦੇਖੇ ਸਤਸੰਗੀ। ਬਾਬਾ ਜੀ ਕੁਝ ਫੈਮਿਲੀ ਅਲਾਉ ਨਹੀਂ ਕਰਦੇ ਬਾਅਦ ਵਿੱਚ ਵਿਆਹ ਸੁਣਨ ਵਾਸਤੇ। ਨਹੀਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਬੇਟਾ। ਜੇ ਚੰਗੇ ਇਨਸਾਨ ਹੈ ਕਿਉਂ ਨਹੀਂ ਅਲਾਉ ਕਰਨਗੇ? ਉਹ ਇਹ ਦੇਖਣਗੇ ਕਿ ਜੀ ਤੁਹਾਨੂੰ ਇਹਦਾ ਕੋਈ ਅਸਰ ਹੋ ਰਿਹਾ, ਤੇ ਜੇ ਅਸੀਂ ਦਿਖਾਉਂਦੇ ਹਾਂ ਕਿ ਸਾਡੀ ਕਰਨੀ 'ਚ ਕੋਈ ਅਸਰ ਹੀ ਨਹੀਂ ਹੋ ਰਿਹਾ ਤਾਂ ਫਿਰ ਤਾਂ ਜਾਇਜ਼ ਆ ਉਹਨਾਂ ਦਾ ਮੰਗਣਾ ਕਿ ਕਾਹਦੇ ਨੂੰ ਜਾਂਦੇ ਹੋ ਤੁਸੀਂ। ਤੇ ਜੇ ਉਹ ਦੇਖਣਗੇ ਕਿ ਜੀ ਅਸੀਂ ਇੱਥੇ ਬਿਆਸ ਆ ਕੇ ਪਰਮਾਰਥ ਦੇ ਨਾਲ ਲੱਗ ਕੇ ਸਾਡੀ ਸੋਚ ਵੀ ਬਦਲੀ ਹੈ, ਅਸੀਂ ਜ਼ਿੰਮੇਵਾਰੀਆਂ ਵੀ ਚੰਗੀ ਤਰ੍ਹਾਂ ਨਿਭਾ ਰਹੇ ਹਾਂ, ਕਿਉਂ ਰੋਕਣਗੇ ਬੇਟਾ? ਸਾਰੇ ਭਲਾ ਚਾਹੁੰਦੇ ਹੈ, ਤੇ ਜੇ ਪਰਿਵਾਰ ਦਾ ਭਲਾ ਹੋ ਰਿਹਾ ਹੈ ਤਾਂ ਕਿਉਂ ਰੋਕਣਗੇ? ਮਗਰ ਜੇ ਉਹ ਦੇਖਦੇ ਆ ਕਿ ਇੱਥੇ ਹੋ ਹੀ ਨਹੀਂ ਰਿਹਾ ਤਾਂ ਮੌਜ ਮੇਲਾ ਕਰਕੇ ਆ ਜਾਂਦੀ ਹੈ, ਤੇ ਫਿਰ ਤਾਂ ਬੇਟਾ ਪੁੱਛਣਾ ਜਾਇਜ਼ ਹੈਗਾ। ਬਾਬਾ ਜੀ ਇੱਕ ਮੇਰੇ ਨਾਲ ਪ੍ਰੋਮਿਸ ਕਰੋਗੇ ਤੁਸੀਂ? ਹੁਣ ਡਿਪੈਂਡ ਕਰਦਾ ਕਿ ਤੂੰ ਮੰਗੇਂਗੀ ਕੀ। ਬਾਬਾ ਜੀ ਮੈਨੂੰ ਸੱਚਖੰਡ ਲੈ ਜਾਓ ਤੇ ਮੇਰੀ ਬਾਂਹ ਕਦੀ ਵੀ ਨਾ ਛੱਡਿਓ। ਕਦੀ ਵੀ ਜ਼ਿੰਦਗੀ 'ਚ ਇਹੋ ਜਿਹਾ ਮੌਕਾ ਨਾ ਆਵੇ ਕਿ ਤੁਹਾਡੇ ਤੋਂ ਵਿਛੋੜਾ ਹੋਵੇ। ਇਹ ਸਾਰਾ ਕੁਝ ਹੀ ਮੁਫਤ ਮੰਗਦੇ ਹੋ ਤੁਸੀਂ। ਬਾਬਾ ਜੀ ਮਿਹਨਤ ਨਾ ਕਰਨੀ ਪਵੇ, ਬਸ ਮੈਨੂੰ ਲੈ ਜਿਓ। ਨਹੀਂ ਬਾਬਾ ਜੀ ਮੈਂ ਪੂਰੀ ਕੋਸ਼ਿਸ਼ ਕਰੂੰਗੀ। ਹਾਂ, ਤੁਸੀਂ ਦਇਆ ਮਿਹਰ ਬਣਾਈ ਰੱਖਣਾ। ਜਿੰਨਾ ਕੋਸ਼ਿਸ਼ ਕਰੋਗੇ ਉਸ ਤੋਂ ਕਿਤੇ ਜ਼ਿਆਦਾ ਮਿਲੂਗਾ ਬੇਟਾ, ਮਗਰ ਮਿਲੂਗਾ ਤੁਹਾਨੂੰ ਆਪਣੀ ਕੋਸ਼ਿਸ਼ ਦਾ। ਹਾਂ, ਇਹ ਮੈਂ ਝੂਠੇ ਵਾਅਦੇ ਨਹੀਂ ਕਰਨੇ ਔਰ ਨਾ ਹੀ ਤੁਹਾਨੂੰ ਝੂਠੀ ਤਸੱਲੀ ਦੇਣੀ ਹੈ ਕਿ ਫਿਕਰ ਨਾ ਕਰੋ, ਹੋ ਜਾਊਗਾ। ਨਹੀਂ ਹੋਣ ਲੱਗਾ, ਹੋਊਗਾ ਤੁਹਾਡੀ ਕਰਨੀ ਦੇ ਉੱਤੇ। ਭਜਨ ਸਿਮਰਨ ਕਰਨ ਦੀ ਤਾਕਤ ਦੇਣਾ ਪੂਰੇ ਪਰਿਵਾਰ ਦੇਵੇ ਤੇ ਦਇਆ ਮਿਹਰ ਬਣਾਈ ਰੱਖਣਾ। ਤੁਸੀਂ ਕੀ ਕਰੋਗੇ ਜੇ ਸਾਰਾ ਕੁਝ ਹੀ ਬਾਬੇ ਨੇ ਦੇਣਾ ਹੈ? ਤੁਸੀਂ ਵੀ ਕੁਝ ਕਰਨਾ ਹੈ ਕਿ ਨਹੀਂ? ਆਪਣੀ ਕਰਨੀ ਦਾ ਮਿਲੂਗਾ। ਕੁਦਰਤ ਦਾ ਕਾਨੂੰਨ ਹੈ, ਜੈਸੀ ਕਰਨੀ ਵੈਸੀ ਭਰਨੀ। ਤੁਸੀਂ ਕਰੋਗੇ, ਜਿੰਨਾ ਕਰੋਗੇ ਕਿਤੇ ਜ਼ਿਆਦਾ ਬਖਸ਼ਿਸ਼ ਹੋਊਗੀ, ਬਟ ਮਿਲੂਗਾ ਤੁਹਾਨੂੰ ਆਪਣੀ ਕਰਨੀ ਦਾ ਬੇਟਾ। ਹਾਂਜੀ, ਪੂਰੇ ਪਰਿਵਾਰ ਤੇ ਦਇਆ ਮਿਹਰ ਬਣਾਈ ਰੱਖਣਾ ਬਾਬਾ ਜੀ। ਰਾਧਾ ਸੁਖਮ ਬਾਬਾ ਜੀ, ਥੈਂਕ ਯੂ ਫॉर ਦਿਸ ਓਪਰਚੁਨਿਟੀ। ਬਾਬਾ ਜੀ ਵੈਸੇ ਤਾਂ ਕਾਫੀ ਡਾਊਟ ਤੁਹਾਡੇ ਸਤਸੰਗ ਦੇ ਵਿੱਚ ਕਲੀਅਰ ਹੋ ਜਾਂਦੇ ਆ, ਲੇਕਿਨ ਇੱਕ ਮੈਨੂੰ ਲੱਗਦਾ ਕਿ ਤੁਸੀਂ ਜਵਾਬ ਦਿਓ ਨਾ ਤੇ ਥੋੜ੍ਹਾ ਜ਼ਿਆਦਾ ਮੈਨੂੰ ਕਲੀਅਰ ਕਰੇਗਾ। ਬਾਬਾ ਜੀ ਸਤਸੰਗ ਦੇ ਸ਼ੁਰੂ 'ਚ ਮਤਲਬ ਪੂਰਾ ਤੁਸੀਂ ਦੱਸਦੇ ਹੋ ਕਿ ਕਿਸ ਤਰ੍ਹਾਂ ਅਸੀਂ ਸਿਮਰਨ ਕਰਨਾ ਹੈ, ਅਸੀਂ ਇਸ ਤਰ੍ਹਾਂ ਅੱਗੇ ਵਧਣਾ ਹੈ, ਉਹ ਸਾਰਾ। ਲੇਕਿਨ ਐਂਡ ਆਉਂਦੇ ਨਾ ਤੁਸੀਂ ਕਹਿੰਦੇ ਹੋ ਕਿ ਸਾਡੇ ਹੱਥ ਵੱਸ ਕੁਛ ਨਹੀਂ ਹੈਗਾ, ਜੋ ਕਰਨਾ ਮਾਲਕ ਨੇ ਕਰਾ ਲੈਣਾ ਹੈ, ਔਰ ਮਤਲਬ ਇਨਸਾਨ ਇੱਕ ਕਠਪੁਤਲੀ ਟਾਈਪ ਹੈ। ਤੇ ਬਾਬਾ ਜੀ ਜੇ ਸਭ ਕੁਝ ਪ੍ਰੀ ਡਿਸਾਈਡਡ ਹੈ ਔਰ ਸਭ ਕੁਝ ਮਤਲਬ ਨੇਚਰ ਦੇ ਵਿਧੀ ਦੇ ਵਿਧਾਨ ਦੇ ਹਿਸਾਬ ਨਾਲ ਹੋ ਰਿਹਾ, ਤੇ ਇਨਸਾਨ ਆਪਣੇ ਗਲਤ ਕੰਮਾਂ ਲਈ ਕਿੱਥੋਂ ਤੱਕ ਜ਼ਿੰਮੇਦਾਰ ਹੈਗਾ? 100% ਬੇਟਾ। ਕਿਸਮਤ ਤੁਹਾਨੂੰ ਇੱਕ ਮੁਕਾਮ ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਹੁਣ ਅੱਗੇ ਤੁਸੀਂ ਚੁਣਨਾ। ਜਿੰਨੀ ਆਸਾਨੀ ਦੇ ਨਾਲ ਤੁਸੀਂ ਸਹੀ ਚੁਣ ਸਕਦੇ ਹੋ, ਉਨੀ ਆਸਾਨੀ ਦੇ ਨਾਲ ਗਲਤ ਚੁਣ ਸਕਦੇ ਹੋ। ਸਹੀ ਚੁਣੋਗੇ ਕਰਮ ਖਤਮ ਹੋ ਜਾਊਗਾ, ਗਲਤ ਚੁਣੋਗੇ ਕਰਮਾਂ ਦਾ ਨਵਾਂ ਸਿਲਸਿਲਾ ਸ਼ੁਰੂ ਹੋ ਜਾਊਗਾ ਬੇਟਾ। ਬਾਬਾ ਜੀ ਲੇਕਿਨ ਸਹੀ ਔਰ ਗਲਤ ਚੁਣਨ ਦੀ ਜੋ ਪਾਵਰ ਹੈਗੀ ਹੈ, ਅਕਸਰ ਤਾਂ ਮੈਂ ਇੱਕ ਇਨਸਾਨ ਹੀ ਹੈ ਨਾ, ਮੈਨੂੰ ਕੋਈ ਚੀਜ਼ ਸਹੀ ਲੱਗਦੀ ਹੈ, ਹੋ ਸਕਦਾ 20 ਜਣਿਆਂ ਨੂੰ ਉਹ ਗਲਤ ਲੱਗਦੀ ਹੋਵੇ, ਤੇ ਮਤਲਬ ਅਸੀਂ ਇੱਕ ਇਨਸਾਨੀ ਦਿਮਾਗ ਦੇ ਨਾਲ ਕਿਸ ਤਰ੍ਹਾਂ ਇਸ ਚੀਜ਼ ਨੂੰ ਪਾਰ ਪਾ ਸਕਦੇ ਹਾਂ ਕਿ ਹਾਂ ਸਾਰਾ ਕੁਝ ਸਹੀ ਹੋਵੇ, ਇੱਕਦਮ ਸਪਿਰਿਚੁਅਲ ਜਿੱਦਾਂ ਤੁਸੀਂ ਦੱਸਦੇ ਹੋ ਉਹਦੇ ਮੁਤਾਬਕ? ਜਦੋਂ ਆਪਾਂ ਉਸ ਮੁਕਾਮ ਤੇ ਪਹੁੰਚ ਕੇ ਕਿ ਸਾਰਾ ਕੁਝ ਉਹਦੇ ਹੁਕਮ ਵਿੱਚ ਆ ਕੇ ਕਰਾਂਗੇ ਬੇਟਾ, ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਦੇਖੋ ਜਦੋਂ ਤੋਂ ਇਨਸਾਨ ਸ੍ਰਿਸ਼ਟੀ ਵਿੱਚ ਆਇਆ ਨਾ, ਇਹਨੇ ਆਪਣੀ ਚਾਹਤ ਨੂੰ ਜ਼ਿਆਦਾ ਅਹਿਮ ਮੰਨਿਆ। ਗਲਤ ਚੀਜ਼ਾਂ 'ਚ ਆ ਕੇ ਬਹਿ ਗਏ, ਇਸੇ ਕਰਕੇ ਕਰਮਕਾਂਡ 'ਚ ਫਸ ਗਏ ਬੇਟਾ। ਚਾਹੀਦਾ ਤਾਂ ਇਹ ਸੀ ਕਿ ਉਹਦੇ ਭਾਣੇ 'ਚ ਰਹੀਏ। ਜਿੱਦਣ ਆਪਾਂ ਇਹ ਸੋਚਾਂਗੇ ਕਿ ਵੀ ਕਰਨ ਕਰਾਉਣ ਵਾਲਾ ਮਾਲਿਕ ਹੈ, ਮੈਂ ਤਾਂ ਹੁਕਮ ਵਿੱਚ ਰਹਿਣਾ, ਫਿਰ ਸਾਰੀ ਉਹਦੀ ਜ਼ਿੰਮੇਵਾਰੀ ਹੈ। ਜਿੰਨਾ ਚਿਰ ਮੈਂ ਚੁਣੂੰਗਾ ਫਿਰ ਮੇਰੀ ਜ਼ਿੰਮੇਵਾਰੀ ਹੈ। ਰਾਧਾ ਸਮੀ ਬਾਬਾ ਜੀ, ਮੇਰਾ ਪਹਿਲਾ ਸਵਾਲ ਹੈ, ਅਸੀਂ ਨਾ ਸਮਝੀ 'ਚ ਆ ਕੇ ਕਈ ਵਾਰੀ ਮੰਨਤਾਂ ਮੰਗ ਲੈਂਦੇ ਹਾਂ, ਪਰ ਉਹ ਮੰਨਤ ਜਿੱਦਾਂ ਪੂਰੀ ਹੋਣ ਤੋਂ ਪਹਿਲਾਂ ਨਾਮਦਾਨ ਮਿਲ ਗਿਆ ਸੀ। ਨਾਮਦਾਨ ਜਦੋਂ ਮਿਲਿਆ ਤਾਂ ਉਦੋਂ ਇੰਨੀ ਸੋਚੀ ਆਈ ਕਿ ਮਾਲਕ ਦੇ ਹੱਥ ਅੱਗੇ ਕੁਛ ਮੰਗਣਾ ਨਹੀਂ ਹੈਗਾ। ਅਸੀਂ ਜੋ ਹੋ ਰਿਹਾ ਸਾਡੀ ਕਿਸਮਤ ਦੇ ਨਾਲ ਸਾਡੇ ਉਹ ਸਾਨੂੰ ਮਿਲ ਰਿਹਾ ਹੈਗਾ ਹੈ। ਅਤੇ ਉਸ ਤੋਂ ਬਾਅਦ ਵੀ ਉਹਨਾਂ ਚੀਜ਼ਾਂ ਦੀ ਕੋਈ ਵੈਲਿਊ ਮਤਲਬ ਰਹਿੰਦੀ ਹੈ, ਕਿਉਂਕਿ ਅਸੀਂ ਮਾਫੀ ਮੰਗ ਲਈ ਕਿ ਮਾਲਕਾ ਜੋ ਤੁਸੀਂ ਕਰ ਰਹੇ ਹੋ ਉਹੀ ਸਾਡੇ ਲਈ ਠੀਕ ਆ। ਬੇਟਾ ਦੇਖੋ, ਛੋਟਾ ਬੱਚਾ ਹੁੰਦਾ ਨਾ, ਉਹਦਾ ਦਾਇਰਾ ਬੜਾ ਛੋਟਾ ਹੁੰਦਾ ਹੈ। ਉਹ ਸੋਚਦਾ ਹੈ ਕਿ ਜਿੰਨਾ ਚਿਰ ਮੈਂ ਮਾਂ ਬਾਪ ਤੋਂ ਮੰਗੂੰਗਾ ਨਹੀਂ ਸ਼ਾਇਦ ਮੈਨੂੰ ਨਾ ਮਿਲੇ। ਉਹਨੂੰ ਹਾਲੇ ਤੱਕ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਮਾਂ ਬਾਪ ਨੂੰ ਪਤਾ ਹੈ ਕਿ ਉਹਦੇ ਵਾਸਤੇ ਕੀ ਜ਼ਰੂਰੀ ਹੈ। ਜਿੰਨਾ ਉਹਨਾਂ ਦਾ ਦਾਇਰਾ ਹੈ ਉਸ ਤੋਂ ਕਿਤੇ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਨਗੇ। ਆਪਣਾ ਵੀ ਉਹੀ ਹਾਲ ਹੈ ਬੇਟਾ। ਹੁਣ ਆਪਾਂ ਮੰਗੀਏ ਤਾਂ ਜੇ ਆਪਾਂ ਸੋਚੀਏ ਕਿ ਮਾਲਿਕ ਨੂੰ ਪਤਾ ਨਹੀਂ ਬੇਟਾ। ਜਿਹੜਾ ਮਾਲਿਕ ਦੇਣ ਦੀ ਤਾਕਤ ਰੱਖਦਾ ਹੈ ਤਾਂ ਕੀ ਉਹ ਜਾਣਨ ਦੀ ਤਾਕਤ ਨਹੀਂ ਰੱਖਦਾ ਬੇਟਾ?
ठीक है ना। बिन बोले सब कुछ जानदा, किस आगे कीजिए अरदास। सो वो जानदा है। ये साडा दायरा छोटा ਹੁੰਦੇ ਕਰਕੇ ਆਪਾਂ ਸੋਚਦੇ ਹਾਂ ਕਿ ਮੰਗਣ ਦੀ ਲੋੜ ਹੈ ਜਾਂ ਯਾਦ ਦਿਲਾਉਣ ਦੀ ਲੋੜ ਹੈ। ਸੋ ਬੇਟਾ ਉਹੋ ਜਿਹੀ ਅਵਸਥਾ ਲਿਆਓ ਕਿ ਆਪਾਂ ਤਾਂ ਭਾਣੇ 'ਚ ਰਹਿਣਾ, ਉਹਨੂੰ ਪਤਾ ਔਰ ਉਹ ਦੇਊਗਾ। ਇਹ ਨਹੀਂ ਕਿ ਉਹਨੇ ਸਾਨੂੰ ਨਹੀਂ ਦੇਣਾ, ਪਰ ਜਦੋਂ ਕਦਰ ਹੋਊਗੀ ਬੇਟਾ। ਹੁਣ ਬਗੈਰ ਕਦਰ ਤੇ ਕਿਸੇ ਨੂੰ ਕੋਈ ਚੀਜ਼ ਦੇ ਦਿਓ, ਉਹ ਬਰਬਾਦ ਕਰਕੇ ਖ਼ਤਮ ਕਰ ਦਊਗਾ ਬੇਟਾ। ਸੋ ਇਹ ਤਾਂ ਉਹਨੂੰ ਚੁਣਨਾ ਚਾਹੀਦਾ ਹੈ ਕਿ ਕਦੋਂ ਉਹ ਸੋਚਦਾ ਕਿ ਅਸੀਂ ਸੰਭਾਲ ਸਕਾਂਗੇ, ਉਦੋਂ ਦਿਓ, ਔਰ ਸਾਨੂੰ ਲੈਣਾ ਵੀ ਉਦੋਂ ਚਾਹੀਦਾ ਬੇਟਾ। ਸੋ ਪਿੱਛੇ ਜੋ ਹੋ ਗਿਆ ਠੀਕ ਹੈਗਾ, ਮਗਰ ਆਪਣੀ ਅਵਸਥਾ ਇਹੋ ਜਿਹੀ ਬਣਾਓ, ਤੁਧ ਬਿਨ ਹੋਰ ਕੁਛ ਮੰਗਣਾ, ਸਭ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਦੀ ਭੁੱਖ। ਮੇਰਾ ਦੂਜਾ ਸਵਾਲ ਹੈ ਬਾਬਾ ਜੀ, ਸਾਡੇ ਪਰਿਵਾਰ ਦੇ ਵਿੱਚ ਵਰਤ ਵਗੈਰਾ ਦਾ ਬਹੁਤ ਹੈਗਾ ਆ, ਵਰਤ ਬਹੁਤ ਜ਼ਿਆਦਾ ਰੱਖਦੇ ਆ। ਅਸੀਂ ਸ਼ੁਰੂ ਤੋਂ ਡੇਰੇ ਆਉਣ ਦੇ ਕਰਕੇ ਸਾਡਾ ਇਹਨਾਂ ਚੀਜ਼ਾਂ 'ਚ ਥੋੜ੍ਹਾ ਵਿਸ਼ਵਾਸ ਘੱਟ ਹੈ। ਨਹੀਂ, ਵਰਤ ਰੱਖਣਾ ਕੋਈ ਮਾੜੀ ਗੱਲ ਤਾਂ ਨਹੀਂ ਗੀ ਬੇਟਾ ਬਾਬਾ ਜੀ, ਪਰ ਰੱਖਣਾ ਮਤਲਬ ਜਿੱਦਾਂ ਉਹਨਾਂ ਦੇ ਪਰਿਵਾਰ ਦੇ ਕਰਕੇ ਰੱਖੀਦਾ ਜ਼ਰੂਰ ਹੈ, ਪਰ ਜੇ ਵਿਸ਼ਵਾਸ ਨਹੀਂ ਉਸ ਚੀਜ਼ ਦਾ ਹੈਗਾ ਤਾਂ ਕੀ ਉਸ ਚੀਜ਼ ਦਾ ਕੋਈ ਆਪੋਜ਼ਿਟ ਰਿਐਕਸ਼ਨ ਹੁੰਦਾ? ਮੈਨੂੰ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਵਰਤ ਰੱਖਣ ਦੇ ਨਾਲ ਕੁਛ ਨਹੀਂ ਹੁੰਦਾ। ਵਰਤ ਰੱਖਣ ਦਾ ਮਤਲਬ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਗੇ, ਠੀਕ ਹੈ ਨਾ। ਚੰਗੀ ਗੱਲ ਹੈ ਕਿ ਇੱਕ ਦਿਨ ਤੁਸੀਂ ਆਪਣੇ ਹਾਜ਼ਮੇ ਨੂੰ ਰੈਸਟ ਦੇਤਾ, ਮਗਰ ਇਹ ਸੋਚਣਾ ਕਿ ਜੀ ਇਹਦੇ ਨਾਲ ਕੋਈ ਰੂਹਾਨੀਅਤ ਜਾਂ ਕੋਈ ਹੋਰ ਮੰਗ ਪੂਰੀ ਹੋ ਜੂਗੀ, ਇਹ ਐ ਨਹੀਂ ਹੋਣ ਲੱਗਾ। ਹੁਣ ਤੁਹਾਡਾ ਬੀਬੀਆਂ ਕਿਹੜਾ ਵਰਤ ਰੱਖਦੀਆਂ ਆਦਮੀਆਂ ਵਾਸਤੇ, ਲੰਬੀ ਉਮਰ ਵਾਸਤੇ? ਕਰਵਾ ਚੌਥ ਹੈ, ਕਰਵਾ ਚੌਥ। ਹੁਣ ਮੈਨੂੰ ਇਹ ਦੱਸੋ ਕਿ ਕਿਸੇ ਨੂੰ ਭੁੱਖਾ ਰੱਖ ਕੇ ਉਹ ਦੂਜੇ ਦੀ ਉਮਰ ਵੱਧ ਜੂਗੀ? ਬੇਟਾ ਇਹ ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਬਣਾਈਆਂ ਗਈਆਂ ਸੀ। ਪੁਰਾਣੇ ਜ਼ਮਾਨੇ ਵਿੱਚ ਨਾ ਬੀਬੀਆਂ ਜ਼ਿਆਦਾ ਘਰੋਂ ਬਾਹਰ ਨਹੀਂ ਜਾਂਦੀਆਂ ਸੀ ਬੇਟਾ। ਇਹ ਤਿਉਹਾਰ ਬਣਾਏ ਗਏ ਸੀ ਕਿ ਉਹਦੇ ਨਾਲ ਮਾਂ ਪਿਓ ਨੂੰ ਮਿਲ ਸਕਣ, ਲੈਣ ਦੇਣ ਥੋੜ੍ਹਾ ਜਿਹਾ ਹੋ ਜੇ, ਉਸ ਵਕਤ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ। ਸੋ ਇਹ ਬਹਾਨੇ ਬਣਾਏ ਗਏ ਸੀ। ਮਗਰ ਇਹ ਸੋਚਣਾ ਕਿ ਜੀ ਇੱਕ ਔਰਤ ਦੇ ਵਰਤ ਰੱਖਣ ਦੇ ਨਾਲ ਉਹਦੀ ਪਤੀ ਦੀ ਉਮਰ ਵੱਧ ਜੂਗੀ, ਹੁਣ ਇਹ ਕੋਈ ਦਿਮਾਗ ਨੂੰ ਬਹਿੰਦੀ ਹੈ ਗੱਲ? ਹਾਂ, ਫਿਰ ਤਾਂ ਉਹ ਕੀ ਕਹਿੰਦੇ, ਆਦਮੀਆਂ ਨੂੰ ਜ਼ਿਆਦਾ ਰੱਖਣਾ ਚਾਹੀਦਾ। ਬਾਬਾ ਜੀ, ਮੈਂ ਨਾ ਬਹੁਤ ਡਰਦੀ ਹਾਂ। ਜਿਸ ਤਰ੍ਹਾਂ ਬਚਪਨ 'ਚ ਮੈਂ ਭੂਤਾਂ ਪ੍ਰੇਤਾਂ ਤੋਂ ਬਹੁਤ ਡਰਦੀ ਸੀ। ਜਦੋਂ ਫਿਰ ਮੈਂ ਨਾਮਦਾਨ ਲਿਆ, ਉਸ ਤੋਂ ਬਾਅਦ ਮੇਰਾ ਭੂਤਾਂ ਵਾਲਾ ਡਰ ਤੇ ਖਤਮ ਹੋ ਗਿਆ। ਪਰ ਉਦੋਂ ਜਿਸ ਤਰ੍ਹਾਂ ਐਕਸਪਲੇਨ ਕੀਤਾ ਗਿਆ ਕਿ ਅੰਦਰ ਐਂਸੈਸਟਰਸ ਕਦੀ ਕਦੀ ਦਿਖਦੇ ਹੈ ਜਾਂ ਮਤਲਬ ਇੱਦਾਂ ਦੀਆਂ ਚੀਜ਼ਾਂ, ਅਤੇ ਮੈਂ ਮਤਲਬ ਅੰਦਰ ਬੈਠਣ ਤੋਂ ਥੋੜ੍ਹਾ ਡਰਦੀ ਸੀਗੀ। ਉਸੇ ਕਰਕੇ ਮੇਰਾ ਗੈਪ ਪੈ ਗਿਆ। ਥੋੜ੍ਹੀ ਬਹੁਤੀ ਜਦੋਂ ਸੈਂਸੇਸ਼ਨ ਵੀ ਫੀਲ ਹੋਈ, ਉਸ ਤੋਂ ਮੈਨੂੰ ਹੋਰ ਜ਼ਿਆਦਾ ਡਰ ਪੈ ਗਿਆ। ਉਹਦੇ ਨਾਲ ਕਿ ਮੇਰਾ ਗੈਪ ਵੀ ਕ੍ਰੀਏਟ ਹੋ ਗਿਆ। ਹੁਣ ਮੈਨੂੰ ਇਸ ਵਕਤ ਲੱਗਦਾ ਕਿ ਮੈਂ ਬਿਲਕੁਲ ਜ਼ੀਰੋ 'ਤੇ ਬੈਠੀ ਹੋਈ ਹਾਂ। ਬੇਟਾ ਜ਼ੀਰੋ ਤੋਂ ਪਹਿਲਾਂ ਕੋਈ ਨਹੀਂ ਹੁੰਦਾ। ਔਰ ਦੂਜੀ ਗੱਲ ਬੇਟਾ, ਜਿਹਦੇ ਨਾਲ ਵੀ ਸੰਬੰਧ ਹੋਵੇ, ਜਿਹਨੇ ਸਾਡੇ ਜ਼ਿੰਦਗੀ ਵਿੱਚ ਪ੍ਰਭਾਵ ਪਾਇਆ ਹੋਵੇ ਪਹਿਲੀਆਂ ਜ਼ਿੰਦਗੀਆਂ ਵਿੱਚ, ਉਹਦੀ ਸ਼ਕਲ ਦਿਖਾਈ ਦੇਊਗੀ। ਭਾਵੇਂ ਬਜ਼ੁਰਗ ਹੈ ਤੁਹਾਡੇ, ਭਾਵੇਂ ਯਾਰ ਦੋਸਤ ਹੈ, ਭਾਵੇਂ ਕੋਈ ਹੋਰ ਰਿਸ਼ਤੇਦਾਰ ਹੈ, ਠੀਕ ਹੈ ਨਾ। ਸੋ ਇਹ ਨਾ ਸੋਚੋ ਕਿ ਸਿਰਫ ਰਿਸ਼ਤੇਦਾਰਾਂ ਦੀਆਂ ਸ਼ਕਲਾਂ ਨਜ਼ਰ ਆਉਣਗੀਆਂ ਜਾਂ ਉਹਨਾਂ ਦੇ ਨਾਲ ਹੀ ਤਾਲੁਕ ਹੈ। ਜਿਹਨੇ ਵੀ ਪ੍ਰਭਾਵ ਪਾਇਆ ਹੋਵੇ ਬੇਟਾ, ਉਹ ਸਿਰਫ ਪ੍ਰਭਾਵ ਪਾ ਸਕਦੇ, ਹੋਰ ਕੁਝ ਨਹੀਂ ਕਰ ਸਕਦੇ। ਅਸੀਂ ਅੱਗੇ ਜਾ ਕੇ ਸੰਬੰਧ ਜੋੜ ਕੇ ਕੋਈ ਚੰਗਾ ਹੈਗਾ ਕੋਈ ਮਾੜਾ ਹੈ, ਅਸੀਂ ਡਰ ਕੇ ਬਹਿ ਜਾਂਦੇ ਹਾਂ। ਸਾਨੂੰ ਕੋਈ ਡਰਨ ਦੀ ਲੋੜ ਨਹੀਂ ਬੇਟਾ। ਜਿਵੇਂ ਮੈਂ ਬੇਨਤੀ ਕੀਤੀ ਨਾ, ਉਹ ਕਿਤਾਬ ਵਿੱਚ ਜੋ ਲਿਖਿਆ ਹੈ, ਜੇ ਸਿਮਰਨ ਕਰਦੇ ਰਹੋਗੇ ਉਹ ਮਿਟਦਾ ਜਾਊਗਾ। ਜੇ ਪੜ੍ਹਨਾ ਸ਼ੁਰੂ ਕਰ ਦਿਓਗੇ, ਪਰਖ ਕਰਨੀ ਸ਼ੁਰੂ ਕਰ ਦਿਓਗੇ, ਤਾਂ ਤੁਸੀਂ ਉਹਨੂੰ ਤਾਕਤ ਦੇ ਰਹੇ ਹੋ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦਾ। ਬੇਟਾ ਕੁਝ ਨਹੀਂ ਹੋ ਸਕਦਾ। ਇਸ ਕਰਕੇ ਬੇਟਾ ਭਜਨ ਸਿਮਰਨ ਕਰੋ, ਡਰਨ ਦੀ ਕੋਈ ਲੋੜ ਨਹੀਂ। ਕੋਈ ਤਾਕਤ ਨਹੀਂ ਜਿਹੜਾ ਆਪਣਾ ਬਾਲ ਬਾਂਕਾ ਕਰ ਸਕਦਾ। ਇਹ ਦੁਨੀਆ ਦੀ ਰੀਤ ਹੈ। ਕਮਜ਼ੋਰੀ ਦਿਖਾਓਗੇ ਸਾਰੇ ਫਾਇਦਾ ਉਠਾਉਣਗੇ, ਤਾਕਤ ਦਿਖਾਓਗੇ ਕੋਈ ਬਾਲ ਨਹੀਂ ਬਾਂਕਾ ਕਰ ਸਕਦਾ। ਪਾਪਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਹਰ ਚੀਜ਼ ਬਖਸ਼ੀ, ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ। ਕਮੀਆਂ ਤਾਂ ਮੇਰੇ 'ਚ ਕਮੀਆਂ ਨੇ, ਬਸ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਬਲ ਬਖਸ਼ਣਾ, ਦੁੱਖ ਸੁੱਖ 'ਚ ਹਿੰਮਤ ਬਣਾਈ ਰੱਖਣਾ ਅਤੇ ਮੁਕਤੀ ਦੇ ਦੇਣਾ। ਥੈਂਕ ਯੂ ਬਾਬਾ ਜੀ। ਜ਼ਿੰਦਗੀ 'ਚ ਕੁਝ ਐਸੇ ਸਰਕਮਸਟਾਂਸਿਸ ਜਾਂ ਸਿਚੁਏਸ਼ਨਸ ਖੜ੍ਹੀਆਂ ਹੋ ਜਾਂਦੀਆਂ ਹੈ ਕਿ ਸਾਨੂੰ ਜ਼ਿੰਦਗੀ ਦੇ ਕੁਝ ਫੈਸਲੇ ਆਪਣੇ ਮਾਂ-ਬਾਪ ਦੀ ਮਰਜ਼ੀ ਦੇ ਅਨੁਸਾਰ ਲੈਣੇ ਪੈਂਦੇ ਨੇ, ਜਾਂ ਉਹਨਾਂ ਦੇ ਕਹੇ ਮਤਲਬ ਚੱਲਣਾ ਪੈਂਦਾ ਹੈ, ਅਤੇ ਜਿਸ ਦੇ ਵਿੱਚ ਸਾਡੇ ਘਰ ਵਾਲੇ ਜਾਂ ਪਤਨੀ ਦੀ ਮਰਜ਼ੀ ਨਹੀਂ ਹੁੰਦੀ, ਜਾਂ ਉਹ ਉਹਨਾਂ ਤੋਂ ਥੋੜ੍ਹਾ ਅਲੱਗ ਹੁੰਦੀ ਹੈ। ਐਸੀ ਸਿਚੁਏਸ਼ਨ 'ਚ ਸਾਨੂੰ ਕੀ ਕਰਨਾ ਚਾਹੀਦਾ ਹੈ? ਕਿਉਂਕਿ ਅਗਰ ਅਸੀਂ ਮਾਂ ਬਾਪ ਦੀ ਸੁਣਦੇ ਹਾਂ ਤਾਂ ਘਰ ਵਾਲੀ ਮੂੰਹ ਫੁਲਾਉਂਦੀ ਹੈ, ਅਗਰ ਉਹਦੀ ਸੁਣਦੇ ਹਾਂ ਤਾਂ ਮਾਂ ਬਾਪ ਦੀਆਂ ਨਜ਼ਰਾਂ 'ਚ ਗਿਰਦੇ ਹਾਂ। ਸਾਨੂੰ ਕੀ ਕਰਨਾ ਚਾਹੀਦਾ? ਇਹ ਹੱਸੋ ਨਾ, ਤੁਹਾਡੇ ਸਾਰਿਆਂ ਦੇ ਨਾਲ ਵਰਤਦੀ ਹੈ। ਇਹਨੇ ਸਵਾਲ ਸਹੀ ਪੁੱਛਿਆ ਬੇਟਾ। ਦੇਖੋ, ਆਪਾਂ ਸਹੀ ਕਰਨਾ ਹੈਗਾ, ਠੀਕ ਹੈ ਨਾ। ਮਾਂ ਬਾਪ ਦਾ ਆਪਣਾ ਦਰਜ ਹੈ ਤਾਂ ਘਰ ਵਾਲੀ ਦਾ ਆਪਣਾ ਦਰਜ ਹੈ।
ਆਪਾਂ ਨਹੀਂ ਪਕਸ਼ਪਾਤ ਕਰਨਾ ਬੇਟਾ। ਇਹ ਨਹੀਂ ਸੋਚਣਾ ਕਿ ਕਿਉਂਕਿ ਇਹ ਮੇਰੇ ਮਾਂ-ਬਾਪ ਹੈ ਤਾਂ ਮੈਂ ਉਹਦੇ ਉੱਤੇ ਜ਼ੁਲਮ ਕਰਨਾ ਹੈ, ਠੀਕ ਹੈ, ਜਾਂ ਮਾਂ-ਬਾਪ ਦੇ ਉੱਤੇ ਜ਼ੁਲਮ ਕਰਨਾ ਹੈ ਕਿਉਂਕਿ ਮੇਰੀ ਘਰਵਾਲੀ ਕਹਿੰਦੀ ਹੈ। ਆਪਾਂ ਸਹੀ ਕਰਨਾ ਬੇਟਾ। ਹਰੇਕ ਦੀ ਗੱਲ ਸੁਣੋ, ਮਾਂ-ਬਾਪ ਦੀ ਵੀ ਸੁਣੋ, ਉੱਥੇ ਵੀ ਉਹਨਾਂ ਦੀ ਸੋਚ ਵਿੱਚ ਵੀ ਕੋਈ ਨਾ ਕੋਈ ਤੁਹਾਡਾ ਫਾਇਦਾ ਹੀ ਹੈ, ਜੋ ਘਰਵਾਲੀ ਕਹਿੰਦੀ ਹੈ ਉਹਦੇ ਵਿੱਚ ਵੀ ਕੋਈ ਨਾ ਕੋਈ ਲੌਜਿਕ ਹੈਗਾ, ਦੋਨਾਂ ਦੀ ਸੁਣੋ। ਔਰ ਫਿਰ ਦੇਖੋ ਬੇਟਾ ਕਿ ਆਪਾਂ ਘਰ ਦਾ ਮਾਹੌਲ ਠੀਕ ਰੱਖਣਾ ਹੈ, ਉਹ ਕਿਵੇਂ ਰੱਖਣਾ ਹੈ ਬੇਟਾ। ਹੁਣ ਇਹ ਜ਼ਿਆਦਾਤਰ ਬੇਟਾ ਮੁੰਡਿਆਂ ਦੇ ਉੱਤੇ ਡਿਪੈਂਡ ਕਰਦਾ ਹੈ। ਮੁੰਡਾ ਜ਼ਿੰਮੇਵਾਰੀ ਨਿਭਾਊਗਾ, ਕਦੇ ਮਾਂ-ਬਾਪ ਔਰ ਬੀਵੀ ਵਿੱਚ ਫਰਕ ਨਹੀਂ ਹੋ ਸਕਦਾ। ਜਿੱਥੇ ਮੁੰਡਾ ਕਮਜ਼ੋਰ ਪੈ ਜਾਂਦਾ ਜਾਂ ਉਹ ਪਕਸ਼ਪਾਤ ਕਰਦਾ ਨਾ, ਉੱਥੇ ਲੜਾਈ ਝਗੜੇ ਹੁੰਦੇ ਆ ਬੇਟਾ। ਸੋ ਇਸ ਕਰਕੇ ਤੁਸੀਂ ਪਕਸ਼ਪਾਤ ਨਹੀਂ ਕਰਨਾ ਬੇਟਾ। ਤੁਸੀਂ ਇਹ ਦੇਖੋ, ਕਈ ਵਾਰੀ ਸਾਨੂੰ ਬੀਵੀ ਨੂੰ ਸਮਝਾਉਣਾ ਪੈਂਦਾ ਤੇ ਕਈ ਵਾਰੀ ਆਪਾਂ ਨੂੰ ਮਾਂ-ਬਾਪ ਨੂੰ ਸਮਝਾਉਣਾ ਪੈਂਦਾ। ਆਪਾਂ ਸਹੀ ਕਰਨਾ। ਦੂਸਰਾ ਬਾਬਾ ਜੀ, ਇੱਕ ਗਲਤੀ ਕਰ ਬੈਠੇ ਸੀ ਜਿਸ ਤੇ ਕਰਕੇ 6 ਮਹੀਨੇ ਇੱਕ ਦੂਜੇ ਤੋਂ ਅਲੱਗ ਹੋ ਗਏ ਤੇ ਹੁਣ ਦੁਬਾਰਾ ਪੈਚਅਪ ਹੋਇਆ ਬਾਬਾ ਜੀ, ਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਾਂ। ਆਪਣੀ ਦਇਆ ਮਿਹਰ ਬਣਾਉਣਾ ਬੇਟਾ। ਬਾਬਾ ਕਦਰ ਕਰੋ, ਕਦਰ ਕਰੋ ਜੀ। ਬੇਟਾ। ਇਹ ਗਲਤੀਆਂ ਦੇ ਨਾਲ ਬੇਟਾ ਇਹੋ ਜਿਹਾ ਬੋਝ ਪਊਗਾ, ਸਾਡੇ ਤੋਂ ਚੁੱਕਿਆ ਵੀ ਨਹੀਂ ਜਾਣਾ ਬੇਟਾ, ਠੀਕ ਹੈ ਨਾ। ਮਾਲਿਕ ਨੇ ਜੇ ਆਪਣੇ ਉੱਤੇ ਬਖਸ਼ਿਸ਼ ਕੀਤੀ ਹੈ ਤਾਂ ਆਪਾਂ ਸੰਭਾਲ ਕੇ ਰੱਖੀਏ ਬੇਟਾ, ਸੰਭਾਲ ਕੇ ਚੱਲੋ। ਉਹਦੇ ਤੇ ਵੀ ਨਾਮਦਾਨ ਦੀ ਬਖਸ਼ਿਸ਼ ਕਰਨਾ ਬਾਬਾ ਜੀ, ਕੋਈ ਭਜਨ ਸਿਮਰਨ ਸੇਵਾ, ਮਾਂ-ਬਾਪ ਦੀ ਸੇਵਾ ਬਖਸ਼ਿਸ਼। ਰਾਸੋਂ ਬਾਬਾ ਜੀ। ਬਾਬਾ ਜੀ ਜਿੱਦਾਂ ਜ਼ਿੰਦਗੀ 'ਚ ਬੜਾ ਕੁਝ ਕਰ ਲਿਆ ਹੁਣ ਤੱਕ, ਪਰ ਬਾਬਾ ਜੀ ਸਕਸੈਸ ਨਹੀਂ ਮਿਲ ਰਹੀ। ਕਿ ਮਤਲਬ ਇਹ ਹਾਰਡ ਵਰਕ 'ਚ ਕਮੀ ਹੈ ਕਿ ਡੈਸਟੀਨੀ ਹੈ? ਬੇਟਾ ਆਪਾਂ ਜਲਦਬਾਜ਼ੀ ਕਰਦੇ ਹਾਂ। ਅੱਜ ਕੱਲ੍ਹ ਦੇ ਨੌਜਵਾਨ ਬੱਚੇ ਸਾਰੇ ਬਹੁਤ ਜਲਦਬਾਜ਼ੀ ਕਰਦੇ ਆ। ਜੇ ਬੇਟਾ ਸਾਰੀਆਂ ਚੀਜ਼ਾਂ ਜਲਦੀ ਮਿਲ ਜਾਣਗੀਆਂ ਨਾ ਤਾਂ ਕਦਰ ਨਹੀਂ ਹੁੰਦੀ ਬੇਟਾ। ਆਪਾਂ ਆਪਣੇ ਆਪ ਨੂੰ ਸਪੇਸ ਆਊਟ ਕਰਨਾ ਬੇਟਾ। ਹਰ ਇੱਕ ਚੀਜ਼ ਦਾ ਵਕਤ ਹੁੰਦਾ। ਇਹ ਜਿਹੜਾ ਤੁਹਾਡਾ ਵਕਤ ਹੈ ਨਾ, ਮਿਹਨਤ ਕਰਨ ਦਾ ਬੇਟਾ। ਮਿਹਨਤ ਕਰਾਂਗੇ, ਮਾਲਿਕ ਜ਼ਰੂਰ ਬਖਸ਼ਿਸ਼। ਤੁਹਾਡੀ ਮਿਹਨਤ ਕਦੇ ਫਜ਼ੂਲ ਨਹੀਂ ਜਾਂਦੀ, ਮਿਲੂਗਾ, ਮਗਰ ਮਾਲਿਕ ਦੇਵੇ ਉਦੋਂ ਜਦੋਂ ਸਾਨੂੰ ਉਸ ਚੀਜ਼ ਦਾ ਫਾਇਦਾ ਹੋਵੇ। ਹੁਣ ਆਪਾਂ ਛੇਤੀ ਲੈ ਕੇ, ਹੁਣ ਕੀ ਹੁੰਦਾ ਹੈ, ਕਿਸੇ ਨੂੰ ਜ਼ਿਆਦਾ 20-21 ਸਾਲ ਦੀ ਉਮਰ ਵਿੱਚ ਹੀ ਉਹਨੂੰ ਪੈਸਾ ਮਿਲ ਜਾਂਦਾ, ਸਕਸੈਸ ਮਿਲ ਜਾਂਦੀ ਹੈਗੀ ਹੈ, ਫਿਰ ਪੁੱਠੇ ਪਾਸੇ ਬਹਿ ਜਾਂਦਾ ਬੇਟਾ। ਸੋ ਇਸ ਕਰਕੇ ਜਲਦਬਾਜ਼ੀ ਨਾ ਕਰੋ। ਆਪਾਂ ਭਾਣੇ 'ਚ ਰਹਿਣਾ, ਮਿਹਨਤ ਕਰੋ, ਮਿਲੂਗਾ ਜ਼ਰੂਰ, ਮਗਰ ਮਿਲੇ ਉਦੋਂ ਜਦੋਂ ਅਸੀਂ ਉਹਦੀ ਕਦਰ ਕਰਾਂਗੇ ਆਪਣੀ ਮੰਗ ਦੇ ਨਾਲ। ਠੀਕ ਹੈ ਬਾਬਾ ਜੀ। ਸੈਕਿੰਡ ਕੁਐਸਚਨ ਹੈ ਬਾਬਾ ਜੀ, ਜਿੱਦਾਂ ਸਾਨੂੰ ਲਵ ਮੈਰਿਜ ਕਰਾਉਣੀ ਚਾਹੀਦੀ ਹੈ ਕਿ ਅਰੇਂਜ? ਬੇਟਾ ਦੇਖੋ, ਦੋਨਾਂ 'ਚ ਆਪਣਾ ਫਾਇਦਾ ਹੈ, ਦੋਨਾਂ 'ਚ ਆਪਣਾ ਨੁਕਸਾਨ ਹੈ ਬੇਟਾ। ਜਦੋਂ ਮਾਂ-ਬਾਪ ਦੇਖਦੇ ਆ ਨਾ ਬੇਟਾ, ਉਹ ਬਹੁਤ ਕੁਝ ਦੇਖਦੇ ਆ। ਉਹਨਾਂ ਨੇ ਪਰਿਵਾਰ ਵੀ ਦੇਖਣਾ ਹੈ, ਉਹਨਾਂ ਨੇ ਇਹ ਦੇਖਣਾ ਹੈ ਕਿ ਬਈ ਮੇਰੇ ਬੱਚੇ ਵਿੱਚ ਤਾਕਤਾਂ ਵੀ ਹੈ, ਕਮਜ਼ੋਰੀਆਂ ਵੀ ਹੈ। ਉਹ ਇਹੋ ਜਿਹੀ ਕੁੜੀ ਲੱਭਦੇ ਆ ਕਿ ਜਿਹੜੀ ਇਹਦੀ ਕਮਜ਼ੋਰੀ ਹੈ ਉਹਦੇ ਨਾਲ ਇਹ ਸਹਾਰਾ ਬਣੂਗੀ ਦੂਜੀ ਕੁੜੀ ਆ ਕੇ। ਸਾਰਾ ਕੁਝ ਦੇਖਦੇ ਆ ਬੇਟਾ। ਅਸੀਂ ਕੀ ਦੇਖਦੇ ਹਾਂ, ਮੁੰਡੇ ਕੀ ਦੇਖਦੇ ਆ, ਉਹਨਾਂ ਨੂੰ ਤਾਂ ਸੂਰਤ ਦਿਖਾਈ ਦਿੰਦੀ ਹੈ, ਔਰ ਧੇਲਾ ਨਹੀਂ ਦਿਖਾਈ ਦਿੰਦਾ, ਠੀਕ ਹੈ ਨਾ। ਅੱਛਾ, ਉਹ ਜਿਹੜੀ ਸੂਰਤ ਹੈ ਉਹਦਾ ਚਾਅ ਚੰਦ ਦਿਨ ਚੰਦ ਮਹੀਨੇ ਰਹਿਣੇ ਹੈ, ਉਹਦੇ ਬਾਅਦ ਤਾਂ ਸਾਨੂੰ ਕੋਈ ਡੈਕੋਰੇਸ਼ਨ ਪੀਸ ਤਾਂ ਚਾਹੀਦਾ ਨਹੀਂਗਾ। ਸਾਨੂੰ ਜੀਵਨ ਦਾ ਸਾਥੀ ਚਾਹੀਦਾ ਬੇਟਾ। ਹੁਣ ਜੀਵਨ ਦਾ ਸਾਥੀ ਚੰਗਾ ਉਹੀ ਹੋ ਸਕਦਾ ਹੈ ਜਿਹਦੇ ਨਾਲ ਤੁਹਾਡੀ ਸੋਚ ਮਿਲੇ। ਔਰ ਜੇ ਸੋਚ ਨਹੀਂ ਮਿਲਦੀ, ਭਾਵੇਂ ਜਿੰਨਾ ਮਰਜ਼ੀ ਸੋਹਣੀ ਹੋਵੇ, ਡੈਕੋਰੇਸ਼ਨ ਪੀਸ ਤਾਂ ਆਪਾਂ ਮੈਂਟਲ ਪੀਸ ਰੱਖਣਾ ਨਹੀਂਗਾ ਬੇਟਾ। ਸੋ ਆਪਾਂ ਜਦੋਂ ਕਿਸੇ ਨੂੰ, ਇਹ ਜਿਹੜਾ ਤੁਹਾਡਾ ਸੋ ਕਾਲਡ ਲਵ ਮੈਰਿਜ ਹੈ, ਤੁਸੀਂ ਇੱਕ ਦੂਜੇ ਨੂੰ ਦੇਖਦੇ ਹੋ, ਮਿਲਦੇ ਹੋ, ਸਾਰੀ ਬੈਸਟ ਬਿਹੇਵੀਅਰ ਤੇ ਹੁੰਦੇ ਆ। ਅਸਲੀਅਤ ਨਹੀਂ ਪਤਾ ਚੱਲਦੀ ਬੇਟਾ। ਅਸਲੀਅਤ ਉਦੋਂ ਪਤਾ ਚੱਲਦੀ ਹੈ ਜਦੋਂ ਨਾਲ ਰਹਿਣਾ ਪੈਂਦਾ, ਨਹੀਂ। ਸੋ ਇਸ ਕਰਕੇ ਤੁਹਾਡੇ ਉੱਤੇ ਬੇਟਾ ਅੱਜ ਕੱਲ੍ਹ ਮੁੰਡੇ ਦੇਖਦੇ ਤਾਂ ਹੈ ਨਹੀਂ ਕੁਛ। ਠੀਕ ਹੈ ਬਾਬਾ ਜੀ, ਥੈਂਕ ਯੂ। ਰਾਧਾ ਸਵਾਮੀ ਬਾਬਾ ਜੀ। ਬਾਬਾ ਜੀ ਸ਼ੁਕਰ ਹੈ ਤੁਹਾਡਾ, ਤੁਸੀਂ ਅੱਜ ਮੌਕਾ ਦਿੱਤਾ ਦਰਸ਼ਨ ਦੇਣ ਦਾ। ਬਾਬਾ ਜੀ ਮੇਰਾ ਕੁਐਸਚਨ ਇਹ ਹੈ ਕਿ ਕਈ ਵਾਰੀ ਲਾਈਫ ਵਿੱਚ ਇੱਦਾਂ ਜੇ ਮਤਲਬ ਡਿਸੀਜ਼ਨ ਲੈਣਾ ਪੈਂਦਾ ਕਿ ਇੱਦਾਂ ਜੀ ਸਿਚੁਏਸ਼ਨ ਆ ਜਾਂਦੀ ਹੈ, ਆਪਾਂ ਨੂੰ ਸਮਝ ਨਹੀਂ ਆਉਂਦਾ ਕਿ ਆਪਾਂ ਕੀ ਕਰੀਏ। ਮਨ ਬਹੁਤ ਡਾਵਾਂਡੋਲ ਹੋ ਜਾਂਦਾ ਹੈ, ਬਹੁਤ ਦਿਮਾਗ ਖਰਾਬ ਹੋ ਜਾਂਦਾ ਹੈ, ਕੁਝ ਕਰ ਨਹੀਂ ਸਕਦੇ। ਕਈ ਕਹਿੰਦੇ ਕਿ ਤੁਸੀਂ ਆਪਣੇ ਗੁਰੂਆਂ ਕੋਲ ਜਾਓ, ਅਸੀਂ ਆਪਣੇ ਗੁਰੂਆਂ ਕੋਲ ਜਾਂਦੇ ਹਾਂ। ਬਾਬਾ ਜੀ ਸਾਡੇ ਤਾਂ ਸਭ ਕੁਝ ਤੁਸੀਂ ਹੋ। ਉਹ ਕਹਿੰਦੇ ਅਸੀਂ ਆਪਣੇ ਗੁਰੂਆਂ ਕੋਲ ਜਾਂਦੇ, ਸਾਨੂੰ ਸਾਰੇ ਚੀਜ਼ਾਂ ਦਾ ਹੱਲ ਮਿਲ ਜਾਂਦਾ ਹੈ ਅਤੇ ਸਾਨੂੰ ਸਭ ਕੁਝ ਦੱਸ ਦਿੰਦੇ, ਇਹ ਕਰਨਾ ਚਾਹੀਦਾ, ਤੁਹਾਨੂੰ ਇਹ ਕਰਨਾ ਚਾਹੀਦਾ। ਬਾਬਾ ਜੀ ਹੁਣ ਅਸੀਂ ਕੀ ਕਰੀਏ, ਸਾਡੇ ਤਾਂ ਸਭ ਕੁਝ ਤੁਸੀਂ ਹੋ। ਬੇਟਾ ਮੈਨੂੰ ਇੱਕ ਚੀਜ਼ ਦੱਸੋ, ਦੇਖੋ ਬੱਚਾ ਜਦੋਂ ਛੋਟਾ ਹੁੰਦਾ ਹੈ ਨਾ, ਮਾਂ-ਬਾਪ ਉਹਦੇ ਵਾਸਤੇ ਸਾਰਾ ਕੁਝ ਕਰਦੇ ਹੈ। ਹਾਂਜੀ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ,
ਹਾਂਜੀ ਮਾਂ-ਬਾਪ ਨੂੰ ਹੁੰਦਾ ਹੈ ਕਿ ਇਹ ਖੁਦ ਮੁਖਤਿਆਰ ਹੋਵੇ। ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਦੋਂ ਪੂਰੀ ਹੁੰਦੀ ਹੈ ਜਦੋਂ ਬੱਚਾ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੜਾ ਹੁੰਦਾ ਬੇਟਾ। ਹਾਂਜੀ ਹੁਣ ਮਾਂ-ਬਾਪ ਵਾਸਤੇ ਬਹੁਤ ਆਸਾਨ ਹੈ ਕਿ ਸਾਰਾ ਕੁਝ ਬੱਚੇ ਵਾਸਤੇ ਕਰੀ ਜਾਣ, ਮਗਰ ਬੱਚੇ ਨੇ ਫਿਰ ਸਿੱਖਣਾ ਨਹੀਂ, ਔਰ ਜੇ ਸਿੱਖੂਗਾ ਨਹੀਂ ਮਾਂ-ਬਾਪ ਸਦਾ ਵਾਸਤੇ ਰਹਿ ਨਹੀਂ ਸਕਦੇ। ਜਦੋਂ ਇਕੱਲਾ ਰਹਿ ਗਿਆ ਫਿਰ ਕਿਵੇਂ ਅੱਗੇ ਚੱਲੂਗਾ ਬੇਟਾ? ਹੁਣ ਅਸੀਂ ਖੁਦ ਮੁਖਤਿਆਰ ਹੋਣਾ ਹੈ ਕਿ ਨਹੀਂ ਹੋਣਾ? ਬਿਲਕੁਲ ਅਸੀਂ ਤਾਂ ਆਸਾਨ ਰਸਤਾ ਲੱਭਦੇ ਹਾਂ ਕਿ ਕਿਸੇ ਕੋਲੇ ਜਾ ਕੇ ਪੁੱਛ ਲਈਏ ਕਿ ਉਹ ਸਾਨੂੰ ਦੱਸ ਦੇ। ਨਹੀਂ, ਬਟ ਬਾਬਾ ਜੀ ਕਈ ਵਾਰ ਇਦਾਂ ਹੁੰਦਾ ਕੁਝ ਚੀਜ਼ਾਂ ਤੇ ਸਵਾਲ ਆਪਾਂ ਨੂੰ ਇਮੀਡੀਏਟਲੀ ਚਾਹੀਦੇ ਹੁੰਦੇ ਆ, ਸਮਝ ਨਹੀਂ ਆਉਂਦਾ, ਦਿਮਾਗ ਖਰਾਬ ਹੋ ਜਾਂਦਾ ਹੈ। ਇੱਕ ਪਾਸੇ ਕਹਿੰਦੇ ਕਿ ਵਕਤ ਕੋਈ ਕਿਸੇ ਦਾ ਨਹੀਂ ਤੁਹਾਨੂੰ ਜਵਾਬ ਦੇ ਸਕਦਾ, ਕੋਈ ਨਹੀਂ ਦੇ ਸਕਦਾ। ਵੱਡੇ ਤੋਂ ਵੱਡਾ ਬਾਬਾ ਲੈ ਆਓ, ਠੀਕ ਹੈ, ਮਿਲੂਗਾ, ਅੰਦਰੋਂ ਮਿਲੂਗਾ। ਬਾਬਾ ਜੀ ਅੰਦਰੋਂ ਤਾਂ ਬਹੁਤ ਕੋਸ਼ਿਸ਼ ਕਰਦੇ ਆ, ਬਸ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਨਹੀਂ ਬੇਟਾ, ਜਿੰਨਾ ਚਿਰ ਆਪਾਂ ਆਸ਼ੀਰਵਾਦ। ਮਿਹਨਤ ਕਰਕੇ ਉਸ ਚੀਜ਼ ਨੂੰ ਆਪਾਂ ਜਾਗਰਿਤ ਨਹੀਂ ਕਰਾਂਗੇ, ਆਪਣਾ ਵਿਵੇਕ ਪੂਰੀ ਤਰ੍ਹਾਂ ਇਸਤੇਮਾਲ ਨਹੀਂ ਕਰਾਂਗੇ, ਅਸੀਂ ਤਾਂ ਝੂਠੀਆਂ ਤਸੱਲੀਆਂ 'ਚ ਬੈਠੇ ਹਾਂ। ਦੇਖੋ ਮੇਰੇ ਵਾਸਤੇ ਬੜਾ ਆਸਾਨ ਹੈ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਫਿਕਰ ਨਾ ਕਰੋ, ਐਂ ਕਰ ਲਓ, ਐਂ ਕਰ ਲਓ, ਸਭ ਠੀਕ ਹੋ ਜਾਊਗਾ। ਅੱਗੇ ਜਾ ਕੇ ਨਾ ਹੋਇਆ ਕਿਹਨੂੰ ਫੜੋਗੇ ਤੁਸੀਂ? ਲੇਕਿਨ ਬਾਬਾ ਜੀ ਜਦੋਂ ਕਹਿੰਦੇ ਨਾ ਆਪਣਾ ਗੁਰੂ ਆ ਕੇ ਕਹਿ ਦੇਵੇ ਕਿ ਹਾਂ ਵੀ ਬੇਟਾ ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹੈਗਾ ਵਾਂ, ਕਿੰਨੇ ਮਨ ਨੂੰ ਤਸੱਲੀ ਮਿਲਦੀ ਇਸ ਚੀਜ਼ ਦੀ। ਉਹ ਦੱਸਣ ਦੇ ਨਾਲ ਹੈ, ਉਹ ਨਹੀਂ ਸਾਨੂੰ ਪਤਾ ਚੱਲਦਾ ਬੇਟਾ। ਜੇ ਤੁਸੀਂ, ਨਹੀਂ। ਮੈਂ ਕਹਿੰਦਾ ਉਹ 100 ਵਾਰੀ ਦੱਸੇ, ਜੇ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਤਾਂ ਮਨ 'ਚ ਬਿਲਕੁਲ ਤਾਂ ਬਾਬਾ ਜੀ, ਉਹ ਤਾਂ ਹੈ ਹੀ, ਤੁਸੀਂ ਸਾਡੇ ਅੰਗ ਸੰਗ ਰਹਿੰਦੇ ਹੋ, ਹਮੇਸ਼ਾ ਸਾਨੂੰ ਹਰ ਪਲ ਮਹਿਸੂਸ ਹੁੰਦਾ ਹੈ। ਤੁਹਾਨੂੰ ਦਿਖਦਾ ਹੈ ਕਿ ਨਹੀਂ ਦਿਖਦਾ? ਬਿਲਕੁਲ ਬਾਬਾ ਜੀ, ਦਿਸਦਾ ਢਿੱਲਾ ਨਹੀਂ ਵੀ ਹੈ। ਦਿਖਦਾ ਤੁਹਾਨੂੰ, ਇਸੇ ਕਰਕੇ ਵਿਸ਼ਵਾਸ ਨਹੀਂ। ਜਿੱਦਣ ਦਿਖਿਆ ਤੁਸੀਂ ਪੁੱਛਣਾ ਨਹੀਂ ਸਵਾਲ ਹੈ। ਜੇ ਆਪਣਾ ਮਨ ਡੋਲਦਾ ਹੈ, ਇਸੇ ਕਰਕੇ ਡੋਲਦਾ ਹੈ ਕਿਉਂਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਆਪਾਂ ਬਣਾਇਆ ਹੋਇਆ। ਜਿੱਦਣ ਸਾਨੂੰ ਅਹਿਸਾਸ ਹੋ ਗਿਆ ਨਾ ਕਿ ਮਾਲਿਕ ਅੰਗ ਸੰਗ ਹੈ, ਹਾਂਜੀ ਕਾਹਨੂੰ ਡੋਲਾਂਗੇ? ਕੋਈ ਸਵਾਲ ਹੀ ਨਹੀਂ ਰਹਿਣਾ। ਫਿਰ ਤਾਂ ਉਂਗਲੀ ਫੜੀ ਹੋਈ ਹੈ, ਜਿੱਧਰ ਬਾਪ ਲੈ ਕੇ ਜਾਊਗਾ ਤੇ ਤੁਰ ਪਾਂਗੇ। ਮਗਰ ਸਾਡਾ ਬੇਟਾ, ਅਸੀਂ ਸੁਣਾਈਆਂ ਗੱਲਾਂ ਤੇ ਚੱਲਦੇ, ਸਾਨੂੰ ਹਲੇ ਉਸ ਚੀਜ਼ ਦਾ ਅਹਿਸਾਸ ਨਹੀਂ ਹੋਇਆ। ਉਹ ਕਿਉਂ ਨਹੀਂ ਹੋਇਆ? ਕਿ ਆਪਾਂ ਭਜਨ ਸਿਮਰਨ ਨਹੀਂ ਕਰਦੇ ਬੇਟਾ। ਉਹੀ ਤਾਂ ਬਾਬਾ ਜੀ ਹੁਣ ਆਪਾਂ ਆਸ਼ੀਰਵਾਦ। ਨਹੀਂ, ਆਪਾਂ ਬਾਹਰੋਂ ਲੱਭਦੇ ਹਾਂ, ਅੰਦਰੋਂ ਨਹੀਂ ਲੱਭਦੇ। ਨਹੀਂ ਆਸ਼ੀਰਵਾਦ ਚਾਹੀਦਾ, ਤੁਹਾਡਾ ਹੱਥ ਚਾਹੀਦਾ ਕਿ ਹਾਂ ਵੀ। ਤੁਸੀਂ ਕਿਉਂ ਸਮਝਦੇ ਹੋ ਜੇ ਉਹਨੇ ਨਾਮਦਾਨ ਲਿੱਤਾ ਹੈ, ਸਾਡੀ ਜ਼ਿੰਮੇਵਾਰੀ ਲਿੱਤੀ ਹੈ, ਉਹ ਨਹੀਂ ਚਾਹੂਗਾ ਕਿ ਅਸੀਂ ਸਫਲ ਹੋਈਏ? ਬਿਲਕੁਲ ਚਾਹੋਗੇ। ਤਾਂ ਫਿਰ ਬੇਟਾ, ਜਦੋਂ ਉਹ ਸਾਨੂੰ ਸਮਝਾਉਂਦੇ ਹੈ ਕਿ ਤੁਸੀਂ ਇਸ ਰਸਤੇ ਦੇ ਉੱਤੇ ਚੱਲੋਗੇ, ਇਸ ਤਰ੍ਹਾਂ ਕਰੋਗੇ ਤਾਂ ਸਫਲਤਾ ਮਿਲੂਗੀ, ਉਹਨੂੰ ਆਪਾਂ ਮੰਨਦੇ ਨਹੀਂਗੇ। ਬਾਬਾ ਜੀ ਆਪਾਂ ਆਪਣੀ ਸੋਚ ਨੂੰ ਅੱਗੇ ਰੱਖੇਗਾ, ਨਹੀਂ ਜੀ ਉਹ ਤਾਂ ਠੀਕ ਹੈ ਪਰ ਤੁਸੀਂ ਐਂ ਕਰਦੇ ਹੋ। ਜਿੰਨਾ ਚਿਰ ਭਜਨ ਸਿਮਰਨ ਨਹੀਂ ਕਰੋਗੇ ਬੇਟਾ, ਕਿਸੇ ਝੂਠੀ ਤਸੱਲੀ ਚ ਉਹੀ ਤਾਂ ਬਾਬਾ ਜੀ ਆਸ਼ੀਰਵਾਦ ਚਾਹੀਦਾ ਤੁਹਾਡਾ, ਬਸ ਭਜਨ ਉਹ ਹਲੇ ਕਸਰ ਹੈ ਆਸ਼ੀਰਵਾਦ ਦੀ। ਹਾਂ, ਬਾਬੇ ਨੇ ਟੂਟੀ ਬੰਦ ਕਰਤੀ। ਨਹੀਂ ਜੀ, ਹੈਂ? ਨਹੀਂ ਜੀ, ਬਿਲਕੁਲ ਨਹੀਂ ਬੰਦ। ਦਇਆ ਦੀ ਟੂਟੀ ਬੰਦ ਕਰਤੀ ਮੇਰੇ ਖਿਆਲ ਨਹੀਂ ਨਾਲ। ਜੀ, ਬਿਲਕੁਲ ਬੰਦ ਤਾਂ ਬਿਲਕੁਲ ਨਹੀਂ ਹੋਈ। ਬਸ ਤੁਸੀਂ ਆਸ਼ੀਰਵਾਦ ਦਿਓ, ਜੇ ਕੋਸ਼ਿਸ਼ ਫਿਰ ਉਹੀ ਕਰਦੇ ਗੱਲ, ਪਏ ਆ, ਆਸ਼ੀਰਵਾਦ ਦਿਓ। ਕੋਸ਼ਿਸ਼ ਕਰਦੇ ਪਏ ਆ ਬਾਬਾ ਜੀ, ਰਹਿਮਤ ਚਾਹੀਦੀ, ਤੁਹਾਡੀ ਕਿਰਪਾ ਚਾਹੀਦੀ ਹੈ। ਓਏ ਹਜਮ ਮੈਂ ਤੁਹਾਡੇ ਕਰੋ। ਅੰਦਰੂਨੀ ਦਰਸ਼ਨ ਕਰਨਾ ਉਹਦੀ ਚਾਹੁੰਦੀ ਉਹਦੀ ਹਾਂ ਦਇਆ ਦੀ ਕੋਈ ਕਮੀ ਨਹੀਂ ਬੇਟਾ, ਉਹਦੀ ਰਹਿਮਤ ਦੀ ਕੋਈ ਕਮੀ ਨਹੀਂ। ਕਮੀ ਸਾਡੇ ਹਾਜ਼ਮੇ ਦੀ ਹੈ, ਸਾਡੀ ਕਦਰ ਦੀ ਹੈ। ਅਸੀਂ ਕਦਰ ਨਹੀਂ ਕਰਦੇ ਬੇਟਾ। ਜਿੱਦਣ ਕਦਰ ਕਰਾਂਗੇ ਨਾ, ਦੇਖੋ ਜਿਹੜੇ ਤੁਹਾਡੇ ਹੱਕ ਦੀ ਦੌਲਤ ਹੈ ਤੁਹਾਨੂੰ ਮਿਲੂਗੀ, ਕਿਸੇ ਹੋਰ ਨੂੰ ਨਹੀਂ ਮਿਲ ਸਕਦੀ, ਠੀਕ ਹੈ ਨਾ। ਮਗਰ ਮਾਂ ਪਿਓ ਉਦੋਂ ਦਿੰਦੇ ਆ ਜਦੋਂ ਬੱਚਾ ਕਦਰ ਕਰਦਾ ਹੈ। ਜੇ ਕਦਰ ਨਹੀਂ ਕਰਦਾ ਤਾਂ ਬਰਬਾਦ ਕਰਕੇ ਬਹਿ ਜਾਊਗਾ ਬੇਟਾ। ਮਿਲੂਗੀ ਸਾਨੂੰ, ਪਰ ਕਦਰ ਤਾਂ ਕਰੀਏ ਨਾ। ਬਿਲਕੁਲ। ਸ਼ੁਕਰੀਆ ਬਾਬਾ ਜੀ, ਤੁਸੀਂ ਜ਼ਿੰਦਗੀ ਸਭ ਕੁਝ ਬਖਸ਼ਿਆ ਬਾਬਾ ਜੀ, ਸਭ ਕੁਝ। ਮੇਰੀ ਸੋਚ ਤੋਂ ਵੱਧ ਕਿੱਥੇ ਦਿੱਤਾ ਬਾਬਾ ਜੀ ਮੈਨੂੰ। ਬਾਬਾ ਜੀ, ਮੈਂ ਆਪਣੀ ਜ਼ਿੰਦਗੀ 'ਚ ਕੀ ਇਹੋ ਜਿਹੇ ਕਰਮ ਕਰਾਂ ਕਿ ਮੈਂ ਤੁਹਾਨੂੰ ਹਰ ਟਾਈਮ 24 ਘੰਟੇ ਤੁਹਾਨੂੰ ਅੰਗ ਸੰਗ ਯਾਦ ਰੱਖਾਂ, ਔਰ ਹਰ ਟਾਈਮ ਤੁਹਾਨੂੰ ਇੱਕ ਸਮੇਂ ਵੀ ਨਾ ਭੁੱਲਾਂ, ਤੁਹਾਨੂੰ ਇੱਕ ਮਿੰਟ ਵੀ ਨਾ ਭੁੱਲਾਂ। ਬੇਟਾ, ਇੱਕ ਤਾਂ ਚੰਗੇ ਇਨਸਾਨ ਬਣੋ ਬੇਟਾ। ਇਨਸਾਨ ਇਨਸਾਨੀਅਤ ਭੁੱਲਦਾ ਜਾ ਰਿਹਾ ਹੈ। ਸਾਡੇ ਵਾਸਤੇ ਸਾਡੇ ਮਜ਼ਹਬ, ਧਰਮ, ਇਹ ਸਾਰੀਆਂ ਚੀਜ਼ਾਂ ਜ਼ਿਆਦਾ ਅਹਿਮ ਹੋ ਗਈਆਂ। ਇਨਸਾਨੀਅਤ ਅੱਗੇ ਰੱਖੋ ਬੇਟਾ। ਔਰ ਦੂਜਾ, ਰੋਜ਼ ਭਜਨ ਸਿਮਰਨ ਕਰੋ, ਉਹਦੇ ਹੁਕਮ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। ਬਾਕੀ ਫਿਰ ਉਹਦੀ ਜ਼ਿੰਮੇਵਾਰੀ ਬਣਦੀ ਹੈ, ਬਾਕੀ ਫਿਰ ਉਹ ਆਪ ਕਰੋ। ਬਾਬਾ ਜੀ, ਜਿੱਦਾਂ ਤੁਸੀਂ ਹਜੂਰ ਵੀ ਕਹਿੰਦੇ ਸੀਗੇ ਵੀ ਤੁਸੀਂ, ਤੁਹਾਡਾ ਮਨ ਲੱਗੇ ਨਾ ਲੱਗੇ, ਤੁਸੀਂ ਆਪਣਾ ਟਾਈਮ ਦੇਣਾ। ਔਰ ਨਿਤਨੇਮ ਤੁਹਾਡੀ ਦਇਆ ਨਾਲ ਔਰ ਬਖਸ਼ਿਸ਼ ਨਾਲ ਅਸੀਂ ਆਪਣਾ ਪੂਰੀ ਕੋਸ਼ਿਸ਼ ਕਰੀ, ਪਰ ਫਿਰ ਵੀ ਬਾਬਾ ਜੀ ਮਨ ਬਹੁਤ ਲੜਾਈ ਲੜਨੀ ਪੈਂਦੀ ਬਾਬਾ ਜੀ, ਬਹੁਤ। ਸ਼ੁਰੂਆਤੀ ਦਿਨਾਂ ਵਿੱਚ ਜਦੋਂ ਨਾਮਦਾਨ ਦੀ ਬਖਸ਼ਿਸ਼ ਕੀਤੀ ਸੀ ਤੁਸੀਂ ਬਾਬਾ ਜੀ, ਉਸ ਟਾਈਮ ਤਾਂ ਮਨ ਜਿੱਦਾਂ ਐਨ ਟਾਈਮ ਵੀ ਜ਼ਿਆਦਾ ਲੱਗਦਾ ਸੀ, ਸਭ ਕੁਝ ਹੁੰਦਾ ਸੀ। ਪਰ ਬਾਬਾ ਜੀ ਜਿੱਦਾਂ ਟਾਈਮ ਬੀਤਦਾ ਗਿਆ, ਉਸ ਤੋਂ ਬਾਅਦ ਯਾਨੀ ਮਨ ਦੁਨੀਆ 'ਚ ਫਸਦਾ ਗਿਆ ਬਾਬਾ ਜੀ। ਬੇਟਾ, ਭਜਨ ਸਿਮਰਨ ਕਿਉਂ ਕਰਨਾ ਹੈ? ਕਿ ਮਨ ਨੂੰ ਕਾਬੂ ਕਰ ਸਕੀਏ। ਅਸੀਂ ਕਹਿੰਦੇ ਹਾਂ ਪਹਿਲਾਂ ਮਨ ਕਾਬੂ ਹੋ ਜੇ ਫਿਰ ਕਰਾਂਗੇ, ਫਿਰ ਤਾਂ ਲੋੜ ਹੀ ਨਹੀਂ।
ਬਿਮਾਰ ਆਦਮੀ ਦਵਾਈ ਲਊਗਾ, ਇਹ ਤਾਂ ਨਹੀਂ ਕਹਿੰਦਾ ਜਦੋਂ ਮੈਂ ਠੀਕ ਹੋ ਜਾਊਂਗਾ ਫਿਰ ਲਊਂਗਾ। ਸੋ ਬੇਟਾ ਭਜਨ ਸਿਮਰਨ ਦਿੱਤਾ ਹੀ ਇਸੇ ਕਰਕੇ ਗਿਆ ਕਿ ਮਨ ਨੂੰ ਕਾਬੂ ਕਰੀਏ ਬੇਟਾ। ਹੁਣ ਮਨ ਬਾਗੀ ਕਿਹਨੇ ਕੀਤਾ? ਤੁਸੀਂ ਕੀਤਾ। ਵਿਗਾੜਿਆ ਕਿਹਨੇ? ਤੁਸੀਂ ਵਿਗਾੜਿਆ। ਕਾਬੂ ਕਿਹਨੇ ਕਰਨਾ? ਤੁਸੀਂ ਕਰਨਾ ਬੇਟਾ। ਹੁਣ ਆਪਾਂ ਭਜਨ ਸਿਮਰਨ ਕਰਾਂਗੇ, ਉਹਨੂੰ ਅੰਦਰੋਂ ਲਜ਼ਤ ਆਊਗੀ ਤਾਂ ਦੁਨੀਆ ਦੇ ਰੰਗ ਤਮਾਸ਼ੇ ਫਿੱਕੇ ਬਹਿਣਗੇ। ਸੋ ਅਸੀਂ ਕਹਿੰਦੇ ਹਾਂ ਜੀ ਪਹਿਲਾਂ ਲਜ਼ਤ ਆ ਜੇ ਫਿਰ ਕਰਾਂਗੇ, ਫਿਰ ਤਾਂ ਲੋੜ ਹੀ ਨਹੀਂ ਰਹਿਣੀ ਬੇਟਾ। ਸੋ ਇਹ ਆਪਣੀ ਲੋੜ ਨੂੰ ਕਰਨਾ ਅਸੀਂ। ਅੰਦਰਲੀ ਤਾਰ ਜੋੜੋ ਬਾਬਾ ਜੀ। ਸ਼ੁਕਰੀਆ। ਰਾਧਾ स्वामी ਬਾਬਾ ਜੀ। ਬਾਬਾ ਜੀ ਮੇਰਾ ਪਹਿਲਾ ਪ੍ਰਸ਼ਨ ਹੈ ਕਿ ਜੇਕਰ ਅਸੀਂ ਖਾਣਾ ਬਣਾਉਣ ਦੇ ਦੌਰਾਨ ਸਿਮਰਨ ਕਰਦੇ ਰਹੀਏ ਅਤੇ ਜੇਕਰ ਉਸ ਖਾਣੇ ਨੂੰ ਕੋਈ ਗੈਰ ਸਤਸੰਗੀ ਖਾ ਲੈਣ ਤਾਂ ਕਿ ਉਹਨਾਂ ਦਾ ਕਰਮਾਂ ਦਾ ਬੋਝ ਸਾਡੇ ਉੱਤੇ ਚੜ੍ਹਦਾ? ਕਾਹਦੇ ਵਾਸਤੇ ਬੇਟਾ ਤੁਸੀਂ ਇਹੋ ਜਿਹੀਆਂ ਗੱਲਾਂ ਸੋਚਦੇ ਹੋ? ਮੇਰੇ ਅੱਗੇ ਕੋਈ ਗੈਰ ਨਹੀਂ ਗਾ, ਮਾਲਕ ਦੇ ਅੱਗੇ ਕੋਈ ਗੈਰ ਨਹੀਂ ਗਾ ਬੇਟਾ, ਸਾਰੇ ਉਹਦੇ ਆਪਣੇ ਹੈਗੇ ਆ। ਇਹ ਤਾਂ ਦੇਖੋ ਹੁਣ ਆਪਾਂ ਦੇਖੋ ਬੱਚੇ ਨੂੰ ਪੜ੍ਹਾਈ ਕਰਵਾਉਣੀ ਹੈ, ਆਪਾਂ ਪ੍ਰਾਈਵੇਟ ਸਕੂਲ 'ਚ ਪਾ ਦਈਏ, ਪਬਲਿਕ ਸਕੂਲ 'ਚ ਪਾ ਦਈਏ, ਮੌਂਟੇਸਰੀ 'ਚ ਪਾ ਦਈਏ, ਮਕਸਦ ਤਾਂ ਪੜ੍ਹਾਈ ਦਾ ਨਾ ਬੇਟਾ। ਉਸੇ ਤਰ੍ਹਾਂ ਮਾਲਿਕ ਨੇ ਇੱਥੇ ਭੇਜਿਆ। ਰੂਹਾਨੀਅਤ ਦਾ ਕੀ ਮਕਸਦ ਹੈ? ਕਿ ਆਪਾਂ ਮਾਲਿਕ ਦੇ ਨਾਲ ਤਾਰ ਜੋੜੀਏ ਆਪਣੀ, ਮਾਲਿਕ ਜੋ ਉਹਨੇ ਦਿੱਤਾ ਉਹਦੀ ਕਦਰ ਕਰੀਏ। ਹੁਣ ਕਿਸੇ ਨੇ ਨਾਮ ਲੈ ਕੇ ਕਰ ਲਿਆ, ਕਿਸੇ ਨੇ ਹੋਰ ਤਰੀਕੇ ਦੇ ਨਾਲ ਕਰ ਲਿਆ, ਕਿਸੇ ਨੇ ਹੋਰ ਦੇ ਨਾਲ ਕਰ ਲਿਆ। ਆਪਾਂ ਨਹੀਂ ਪਰਖਾਂ 'ਚ ਪੈਣਾ ਬੇਟਾ। ਮਾਲਿਕ ਅੱਗੇ ਕੋਈ ਗੈਰ ਨਹੀਂ ਗਾ। ਤੁਸੀਂ ਨਾ ਇਹ ਸੋਚੋ, ਚੰਗੀ ਗੱਲ ਹੈ ਤੁਸੀਂ ਕਿਸੇ ਵਕਤ ਵੀ ਭਜਨ ਸਿਮਰਨ ਕਰੋ, ਚੰਗੀ ਗੱਲ है। राधा बाबा जी आप जी का बहुत बहुत शुक्रिया जो आपने इतनी अच्छी फैमिली दी, इतने अच्छे पेरेंट्स दिए और इतने अच्छे गार्डियन दिए। बाबा जी मेरा सबसे पहले सवाल ये है, जब हम अपने टारगेट को कंप्लीट करने के लिए कुछ भी तरीका अपनाएं तो बाबा जी उसमें 2 वेज आते हैं, एक पॉजिटिव और एक नेगेटिव। तो बाबा जी हम उसी के बीच में ही उलझ जाते हैं। तो बाबा जी उस टाइम में हमें क्या करना चाहिए? बेटा सवाल ही नहीं पैदा होता। हमने तो हर एक चीज पॉजिटिव करनी है, नेगेटिव की कहाँ से बात आ गई बेटा? देखो आगे बढ़ना कोई बुरी बात नहीं है, ठीक है जी, मगर रसूलों की कुर्बानी नहीं देनी। अगर रसूलों की कुर्बानी देंगे तो अपने पैर के ऊपर कुल्हाड़ी मार रहे हैं ना जी। वो लक्ष्य चाहे मिल जाए मगर उसकी कदर नहीं होनी जी। पॉजिटिव चल के वो मिलेगा, कदर भी होगी और आगे और भी मिलेगा जी। सो उसूलों की कुर्बानी नहीं देनी, तो पॉजिटिव तरीके से आगे बढ़ना है जी। बाबा जी मेरा नंबर 2 सवाल ये है बाबा जी कि बोलते हैं कि हेल्पिंग अदर्स, जब हम किसी की हेल्प करते हैं तो बाबा जी अपने दिल से तो हम 100% देते हैं बाबा जी, बट दिल में कहीं ना कहीं यही सवाल रहता है कि हम नहीं दे पाते। उस समय बाबा जी हमें क्या करना चाहिए? नहीं बेटा प्रैक्टिकली चलना चाहिए बेटा। मैं उतना ही दे सकता हूँ जो मेरे पास है। अगर मैं ही खुद मोहताज हो जाऊंगा, अगर मेरे पास 10 रुपए, ठीक है ना, मेरी रोजी रोटी मसा चलती है, मैं देना शुरू कर दूं, मैं भूखा रह जाऊं, भूखे पेट तो मेरे से भजन सिमरन भी नहीं होना जी। तो फिर तो मैं बीमारी का हिस्सा बन गया ना जी भाई। सो ठीक है, प्रैक्टिकली चलो बेटा। मन में सोच होनी चाहिए कि हम सबकी मदद करें, बांट के चलें, मगर उतना दो जो आपकी जरूरत तो पूरी हो जाए। अगर आपकी जरूरत नहीं पूरी हुई, उसको भी पूरा नहीं मिला, आप भी आधा लेके बैठ गए, सुखी तो कोई नहीं हुआ बेटा। और बाबा जी मेरे में इतनी हिम्मत करना कि मैं एक अच्छा इंसान बन सकूं और एक अच्छा सत्संगी बन सकूं बाबा जी, और नाम की कृपा करना। दसो बाबा जी ਕੀ ਸਾਨੂੰ ਏਜ ਪੂਰੀ ਹੋਣ ਤੇ ਨਾਮਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਜਾਂ ਜਦੋਂ ਸਾਨੂੰ ਅੰਦਰੋਂ ਖਿੱਚ ਪਵੇ, ਮਹਿਸੂਸ ਹੋਵੇ? बेटा दोनों ही गल्लां हैगियां। हुण सानू की पता कि मालिक दा किस वक्त बुलावा आ जाना बेटा। सो जो भी कारज वास्ते मालिक ने भेजिया सानू छेती तो छेती करना चाहिए बेटा। दूजे पासे ये है कि निभा भी तां ही पावांगे जे थोड़ी जी अंदरों खिच होगी बेटा। जे आपां माँ प्यो की खुशी वास्ते या दूजियां नूं दिखावे वास्ते लै लवांगे, अंदरों खिच ना होई तो फिर निभाया भी नहीं जाना बेटा। सो दोनों चीज़ां इकट्ठियां लैके चलना। ਮੇਰਾ ਦੂਸਰਾ ਸਵਾਲ ਇਹ ਹੈ, ਜਦੋਂ ਆਪਾਂ ਨੂੰ 2 ਚੀਜ਼ਾਂ ਵਿੱਚੋਂ ਇੱਕ ਨੂੰ ਚੁਣਨਾ ਪੈਂਦਾ ਉਦੋਂ ਬੜੀ ਕਠਿਨਾਈ ਹੁੰਦੀ ਹੈ। ਕੋਈ ਇਨਸਾਨ ਹੀ ਲਾ ਲਓ, ਜੋ ਦੋਨੋਂ ਆਪਣੇ ਲਈ ਇੰਪੋਰਟੈਂਟ ਨੇ ਤੇ ਦੋਨਾਂ 'ਚੋਂ ਇੱਕ ਨੂੰ ਚੁਣਨਾ ਪੈਂਦਾ। ਮਾਂ ਪਿਓ ਨੂੰ ਕਿ ਬੀਵੀ ਨੂੰ? ਨਹੀਂ, ਬੀਵੀ ਹਾਲੇ ਟਾਈਮ ਨਹੀਂ ਆਇਆ ਨਹੀਂ, ਤੇ ਮਾਂ ਪਿਓ ਦੀ ਤਾਂ ਗੱਲ ਹੀ ਨਹੀਂ, ਦੋਨੋਂ ਹੀ ਨੇ। ਫਿਰ ਹੋਰ ਕਿਹੜੇ? ਮੰਨ ਲਓ ਦੋਸਤ ਲਾ ਲਓ, ਦੋਸਤ ਲਾ ਲਓ, ਦੋਨੋਂ ਇੱਕ ਦੂਜੇ ਦੇ ਖਿਲਾਫ ਨੇ ਮੰਨ ਲਓ। ਹਾਂ। ਤੇ ਮੈਨੂੰ ਦੋਨੋਂ ਚਾਹੀਦੇ ਨੇ। ਹਾਂ। ਤੇ ਪਰ ਉਹ ਦੋਨੋਂ ਕਹਿੰਦੇ ਨੇ ਵੀ ਬਈ ਇੱਕ ਰੱਖ।
ਦੋਸਤ ਜਿਹੜਾ ਫਿਰ ਮਰਜ਼ੀ ਦੋਸਤ ਹੀ ਨਹੀਂ ਹੋ ਸਕਦੇ ਬੇਟਾ। ਜਿਹੜਾ ਦੋਸਤ ਤੁਹਾਨੂੰ ਇਹੋ ਜਿਹੀ ਪਰਖ ਵਿੱਚ ਪਾਊਗਾ ਉਹ ਫਿਰ ਦੋਸਤ ਨਹੀਂਗਾ ਤੁਹਾਡਾ। ਦੋਸਤ ਨਹੀਂ ਪਰਖ 'ਚ ਪਾਉਂਦਾ, ਉਹ ਸਾਥ ਦਿੰਦਾ। ਬਾਬਾ ਜੀ ਆਪਾਂ ਕਿਸ ਤਰ੍ਹਾਂ ਆਪਦੀ ਜ਼ਿੰਦਗੀ ਜਿਉਈਏ ਕਿ ਹਰ ਸਵਾਸ ਤੁਹਾਡੇ ਲੇਖੇ ਲੱਗੇ? ਬੇਟਾ ਜਾਗਰਤਾ ਦੀ ਗੱਲ ਹੈ। ਇਸ ਵਕਤ ਸਾਨੂੰ ਅਹਿਸਾਸ ਨਹੀਂ ਬੇਟਾ ਸਾਡੇ ਵਾਸਤੇ ਕੀ ਜ਼ਰੂਰੀ ਹੈ ਕੀ ਨਹੀਂ ਜ਼ਰੂਰੀ। ਆਪਾਂ ਖੋਜ ਵਿੱਚ ਲੱਗੇ ਹੋਏ ਹਾਂ। ਕਦੇ ਪੈਸੇ ਦੇ ਪਿੱਛੇ ਭੱਜਦੇ ਹਾਂ, ਕਦੇ ਰਿਸ਼ਤੇ ਨਾਤਿਆਂ ਦੇ ਪਿੱਛੇ ਭੱਜਦੇ ਹਾਂ, ਕਦੇ ਅਹੁਦਿਆਂ ਦੇ ਪਿੱਛੇ ਭੱਜਦੇ ਹਾਂ। ਅਸਲ ਵਿੱਚ ਇਨਸਾਨ ਨੂੰ ਚਾਹੀਦਾ ਕੀ ਹੈ? ਖੁਸ਼ੀ ਔਰ ਮਨ ਦੀ ਸ਼ਾਂਤੀ। ਠੀਕ ਹੈ ਨਾ। ਕੋਈ ਸੋਚਦਾ ਹੈ ਕਿ ਜੀ ਪੈਸੇ ਨਾਲ ਮੈਨੂੰ ਖੁਸ਼ੀ ਮਿਲੂਗੀ, ਕੋਈ ਸੋਚਦਾ ਅਹੁਦਿਆਂ ਦੇ ਨਾਲ ਮਿਲੂਗੀ, ਕੋਈ ਰਿਸ਼ਤੇ ਨਾਤਿਆਂ ਦੇ ਨਾਲ ਮਿਲੂਗੀ ਅੰਦਰੋਂ ਮਿਲੂਗੀ। ਸੋ ਜਿਵੇਂ ਜਿਵੇਂ ਅਹਿਸਾਸ ਹੋਊਗਾ, ਸਹੀ ਜਗ੍ਹਾ ਤੋਂ ਖੋਜ ਕਰਾਂਗੇ ਤਾਂ ਹੀ ਮੁਕਾਮ ਨੂੰ ਹਾਸਲ ਕਰਾਂਗੇ ਬੇਟਾ। ਸੋ ਇਸ ਕਰਕੇ ਇਸ ਵਕਤ ਤਾਂ ਆਪਾਂ ਖੋਜ ਵਿੱਚ ਲੱਗੇ ਹੋਏ ਹਾਂ, ਜ਼ਿੰਦਗੀ ਨਾਲ ਐਕਸਪੈਰੀਮੈਂਟ ਕਰ ਰਹੇ ਹਾਂ, ਜ਼ਿੰਦਗੀ ਦਾ ਅਨੁਭਵ ਕਰ ਰਹੇ ਹਾਂ। ਤਾਂ ਜਿਵੇਂ ਜਿਵੇਂ ਅਹਿਸਾਸ ਹੋਊਗਾ ਨਾ ਕਿ ਕਿੱਥੋਂ ਮਿਲੂਗੀ ਔਰ ਕਿਵੇਂ ਮਿਲੂਗੀ, ਫਿਰ ਸੀਰੀਅਸਲੀ ਉਹਦੇ ਨਾਲ ਜੁੜ ਕੇ ਫਿਰ ਉਸ ਰਸਤੇ ਤੇ ਚੱਲਾਂਗੇ। ਬਾਬਾ ਜੀ 3 ਸਾਲ ਪਹਿਲਾਂ ਮੇਰੇ ਫਾਦਰ ਨੇ ਮੇਰੀ ਮੈਰਿਜ ਇੱਕ ਨੌਨ ਸਤਸੰਗੀ ਫੈਮਿਲੀ 'ਚ ਕਰਤੀ ਸੀ ਅਤੇ ਤੁਹਾਡੀ ਬਹੁਤ ਦਇਆ ਮਿਲ ਰਹੀ ਕਿ ਤੁਸੀਂ 1 ਸਾਲ ਦੇ ਅੰਦਰ ਹੀ ਮੈਨੂੰ ਵਾਪਸ ਬੁਲਾ ਲਿਆ। ਹੁਣ ਇਹਨਾਂ ਨੇ ਵੀ ਨਾਮਦਾਨ ਲੈ ਲਿਆ ਅਤੇ ਇਹ ਮੇਰੇ ਤੋਂ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ। ਜੇ ਮੈਂ ਕਦੀ ਸਵੇਰੇ ਇਕੱਲੀ ਉੱਠ ਕੇ ਬੈਠ ਜਾ, ਇਹ ਫਟਾਫਟ ਬੈਠ ਜਾਂਦੇ ਨੇ ਕਿ ਤੈਨੂੰ ਮੁਕਤੀ ਨੂੰ ਪਹਿਲਾਂ ਮਿਲ ਜੇ। ਅਤੇ ਘਰ ਦੇ ਵੀ ਸਾਰੇ ਬਹੁਤ ਇੰਟਰਸਟ ਹੁਣ ਦਿਖਾਉਂਦੇ ਨੇ ਅਤੇ ਆਉਂਦੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰਾ ਸਾਥ ਦਿੱਤਾ। ਨਹੀਂ, ਇਹਦੀ ਤਾਂ ਤੁਹਾਡੀ ਸ਼ਾਬਾਸ਼ੀ ਹੈ ਨਾ ਕਿ ਤੁਸੀਂ ਆ ਕੇ ਇਹੋ ਜਿਹਾ ਉਦਾਹਰਨ ਦਿੱਤਾ ਕਿ ਉਹਨਾਂ 'ਤੇ ਵੀ ਅਸਰ ਹੋ ਗਿਆ ਬੇਟਾ। ਔਰ ਇਸੇ ਤਰ੍ਹਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਹੈਗਾ ਕਿ ਆਪਾਂ ਲਫ਼ਜ਼ਾਂ ਦੇ ਨਾਲ ਨਹੀਂ, ਗਿਲੇ ਸ਼ਿਕਵਿਆਂ ਦੇ ਨਾਲ ਨਹੀਂ, ਉਦਾਹਰਨ ਦੇ ਨਾਲ। बहुत बहुत शुक्रिया पापा जी, बहुत बहुत सॉरी बाबा जी आपका बहुत शुक्र है। आपने बहुत अच्छी फैमिली दी, वाइफ दी, किड्स, दे आर हेल्पिंग मी इन द स्पिरिचुअल जर्नी आल्सो। बट बाबा जी एक क्वेश्चन है कि लाइफ की एम्बिशंस काफ़ी होते हैं और ऐसे लगता है कि अगर एम्बिशंस ज़्यादा रखें तो संत मत पीछे जा रहा है, तो बैलेंस नहीं बनता है। नहीं बेटा, मैं नहीं मानता हूँ कि एम्बिशन बुरी है। बेटा एम्बिशन किसी इंसान के आगे नहीं होगी तो आगे कैसे बढ़ेगा बेटा। ये भी तो एम्बिशन ही है कि मैंने भजन सिमरन करना है, मैंने मालिक से रिश्ता जोड़ना है। ये भी हम आगे बढ़ के करने की कोशिश कर रहे हैं कि नहीं कर रहे हैं? हाँ जी। बुरा है कि जब हम कॉम्प्रोमाइज़ करते हैं, असूलों की कुर्बानी दे के उसको हासिल करने की कोशिश करते हैं, वो बुरा है बेटा। सो इसलिए आगे बढ़ना कोई बुरी बात नहीं है, मगर साथ में एक बैलेंस रखना चाहिए। क्योंकि जिस चीज़ को आप छोड़ेंगे ना वही आगे जाके तंग करेगी। इंसान सोचता है मैं पैसे कमा लूँ, मैं ओहदे पे पहुँच जाऊँ, फिर मैं ध्यान दूंगा। आपको फिर 20-15 साल उस चीज़ को हासिल करने में लग जाते हैं। उस वक़्त में बच्चे बड़े हो जाते हैं, उनका ध्यान दूसरी तरफ लग जाता है, फिर आपको वक़्त होगा, फिर उनको वक़्त नहीं होगा। तो सभी चीज़ों को साथ लेके चलना है बेटा। ठीक है जी। बाबा जी एक अरदास है कि इतने जैसे अभी एक्सपीरियंस हो गया है, आई एम ट्राइंग टू बैलेंस द लाइफ एंड स्पिरिचुअल पाथ, तो दया करें कि वर्ल्डली काम थोड़े ऑटो में हो जाए ताकि मैं सेवा अंदर की और बाहर की डट के कर सकूं। जो करना है हमने करना है बेटा, उसका फ़ायदा नुकसान हमारा है। अब 24 घंटे हैं, 24 घंटे बहुत वक्त होता है, जिम्मेवारियां भी निभाएं, परिवार को भी वक्त दें और भजन सिमरन भी करें बेटा। हाँ जी। अब हम हर वक्त सोचते हैं कि दूसरा हमारे लिए कर दे, ये काम कोई और नहीं कर सकता हमारे लिए बेटा। जैसी करनी वैसी भरनी, जिसकी करनी होगी वही निभाएगा बेटा। सो आप किसी झूठी तसल्ली में ना रहें कि कोई और आपके लिए ये कार्य कर सकता है बेटा। Thank you, Babaji. Thank you for showering your grace to every one of us, and I feel blessed to be in front of you. My first question is how to develop patience in personal and professional life. Beta, life is a learning process. These are not things which somebody can teach you. These are not things that somebody will give you. These will come with experience. The saying goes that experience teaches the old to be young and the young to be old.
इस वक्त हमारा दायरा थोड़ा सा छोटा है बेटा। उस छोटे से दायरे में हम अपना वजूद भी बना के रखते हैं। हम सोचते हैं कि दूसरे हमारे ऊपर निर्भर हैं, हमारी इम्पोर्टेंस है। मगर जैसे जैसे दायरा खुलेगा ना, वो रियलाइजेशन आती है कि हम तो कुछ भी नहीं। और जैसे जैसे इंसान अपनी असल औकात को देखता है, असलियत को समझता है कि ये तो एक समुंदर में एक छोटा सा कतरा है, तो अपने आप ईगो खत्म हो जाती है बेटा। ईगो खत्म हो जाती है तो हम क्यों गुस्सा करेंगे किसी के साथ, क्यों इम्पेशेंट होंगे, फिर हम प्रेम और प्यार से चलेंगे ना। तो अपनी असलियत की पहचान की बात है। जैसे जैसे असलियत की पहचान होगी ना, अपने आप ये सब क्वालिटीज बीच में आ जाएंगी। जी बाबा जी, माय सेकंड क्वेश्चन इज हाउ टू रिएक्ट इन अ सिचुएशन व्हेन समवन फैट शेम्स यू इन फ्रंट ऑफ एवरीवन। बेटा ये तो दुनिया में होता रहता है बेटा। कैन वी चेंज द वर्ल्ड? इतने इतने बड़े महापुरुष आए हैं, उन्होंने कभी दुनिया को बदलने की कोशिश नहीं की। उन्होंने हमें क्या हिदायत दी कि उसके हुक्म में रहो, उसके भाने में रहो, तेरा पाना मीठा लागे। ठीक है, तो हम कहाँ से बदल पाएंगे बेटा? दो अच्छा कहेंगे दो बुरा कहेंगे बेटा। आप अपने आप को इतना ताकतवर बनाओ कि चाहे जो मर्जी का हो, आप अपने लक्ष्य से मत हटें, आप उस लक्ष्य को आगे लेके बढ़ते रहें बेटा। जी, एंड प्लीज शावर योर ग्रेस बाय गिविंग नामदान सून। Baba ji, my first question is, how can we remain contented in every situation? Sir, sometimes you get mentally upset, so... Beta, the world cannot work on your whims and fancies. Okay? Now, having come here, we've got the mind attached to us. Mind is going to want a lot of things. But if everybody's wishes were answered, there'd be chaos in this creation. So everybody's wishes cannot be answered. If you sort of attach yourself to the fulfillment of your wishes, then you are only looking at problems and pain. So beta, effort is in our hands, the results are not in our hands. Results are in His hands. If He deems it fit, He will give us. If He thinks that no, we need to try harder, He will want you to work harder. So don't attach yourself to the results, you focus on your effort. Contentment, beta, will not come with fulfillment of wishes. Contentment will come when you go beyond all this. Okay, there's no question of fulfillment. Beta, wishes can never be fulfilled. This mind is a bottomless well. Whatever you give it, it will demand more. Now we have to, beta, go beyond all this, where all these things become pointless. Okay, when you do your meditation and you take your awareness and your surat above all this, they become meaningless, beta. Then you don't, then you won't run after these things. Babaji, there was a time when I was a student, I was very disciplined. I used to dedicate each and every minute to my studies. But after my studies were over, I started working. So the time changed. I wasn't able to utilize every single minute of my life. So as a student, our only focus is on studies. Every single minute we want that we only should study, study, study. No other thoughts. But Babaji, how now we realize that our ultimate goal is to reach the God and to be with Him. So how can we utilize every single minute to connect to Him and be closer to Him? Because we also have to do worldly duties. We have to focus in spite and despite everything. We are looking for ideal circumstances. Nobody has ideal circumstances, beta. You have to make the circumstances ideal by your hard work. So don't think that when everything is okay, when I have this, then I'll do, then you won't need it. So 24 hours in the day, sufficient time, pay attention to your work, to your family, and to your meditation, beta. Keep that balance in life. जी थैंक यू बाबा जी जो कुछ भी ਦਿੱਤਾ ਤੁਸੀਂ ਉਹਦੇ ਲਈ ਥੈਂਕ ਯੂ ਤੇ ਬਾਬਾ ਜੀ ਮੈਂ ਬਹੁਤ ਇਮੋਸ਼ਨਲ ਆ ਤੇ ਮਤਲਬ ਕਈ ਵਾਰ ਰਿਐਕਟ ਕਰ ਜਾਂਦੀ ਆ ਬੇਟਾ ਇਮੋਸ਼ਨ ਨੂੰ ਨਾ ਆਪਾਂ ਚੈਨਲਾਈਜ਼ ਕਰਨਾ ਹੈ ਉਹਨੂੰ ਇਕਾਗਰ ਕਰਨਾ ਬੇਟਾ ਇਮੋਸ਼ਨ ਨੂੰ ਇਕਾਗਰ ਕਰਾਂਗੇ ਤਾਂ ਡਿਵੋਸ਼ਨ ਬਣ ਜੂਗੀ ਬੇਟਾ ਤਾਂ ਜੇ ਆਪਾਂ ਉਹਨੂੰ ਇਕਾਗਰ ਨਾ ਕਰ ਸਕੇ ਤਾਂ ਫਿਰ ਉਹਦੇ ਨਾਲ ਫਿਰ ਸਾਡਾ ਧਿਆਨ ਫੈਲਦਾ ਬੇਟਾ
ਠੀਕ ਹੈ ਨਾ। ਇਮੋਸ਼ਨ ਕੋਈ ਮਾੜੀ ਗੱਲ ਨਹੀਂ ਗੀ, ਭਾਵਨਾਵਿਕ ਹੋਣਾ ਕੋਈ ਮਾੜੀ ਗੱਲ ਨਹੀਂ ਗੀ, ਮਗਰ ਉਸ ਭਾਵਨਾ ਨੂੰ ਆਪਾਂ ਸਹੀ ਪਾਸੇ ਲਾਈਏ। ਜੇ ਸਹੀ ਪਾਸੇ ਲਾਵਾਂਗੇ ਭਗਤੀ ਬਣ ਜੂਗੀ ਔਰ ਉਹੀ ਸਾਡੀ ਸਫਲਤਾ ਸਾਨੂੰ ਦਵਾਊਗੀ। ਬਾਬਾ ਜੀ ਆਪਣੀ ਲਾਈਫ 'ਚ ਚਾਹਤਾਂ ਇੱਛਾਵਾਂ ਮਤਲਬ ਆਪਾਂ ਨੂੰ ਕਿੰਨੇ ਕੁ % ਅੱਗੇ ਨਾਲ ਲੈ ਕੇ ਚੱਲਣਾ ਚਾਹੀਦਾ ਆ? ਬੇਟਾ ਦੇਖੋ, ਚਾਹਤ ਤੋਂ ਬਗੈਰ ਆਪਾਂ ਅੱਗੇ ਨਹੀਂ ਵੱਧ ਸਕਦੇ। ਮਾਲਕ ਦੀ ਵੀ ਚਾਹਤ ਤਾਂ ਚਾਹਤ ਹੀ ਹੈ ਬੇਟਾ। ਹਾਂਜੀ। ਚੰਗੇ ਇਨਸਾਨ ਬਣਨ ਦੀ ਚਾਹਤ ਉਹ ਵੀ ਚਾਹਤ ਹੈ। ਸੋ ਚਾਹਤ ਤਾਂ ਹੋਊਗੀ ਇਨਸਾਨ ਦੇ ਵਿੱਚ, ਮਗਰ ਨਾਲ ਮਾਲਕ ਨੇ ਵਿਵੇਕ ਦਿੱਤਾ। ਵਿਵੇਕ ਦਾ ਮਤਲਬ ਹੈ ਕਿ ਆਪਾਂ ਸੋਚ ਵਿਚਾਰ ਕਰੀਏ ਕਿ ਇਹਨਾਂ 'ਚੋਂ ਕਿਹੜੀ ਚੀਜ਼ ਹੈ ਜਿਹੜੀ ਮੇਰੇ ਭਲੇ ਵਾਸਤੇ, ਔਰ ਕਿਹੜੀ ਇਹੋ ਜਿਹੀ ਹੈ ਜਿਹੜੀ ਮੈਨੂੰ ਨੀਚੇ ਖਿੱਚੂਗੀ। ਠੀਕ ਹੈ ਨਾ। ਆਪਾਂ ਉਹੀ ਚੀਜ਼ ਮੰਗੀਏ, ਉਹੀ ਚੀਜ਼ ਚਾਹੀਏ ਜਿਹੜੀ ਆਪਾਂ ਨੂੰ ਆਪਣੇ ਲਕਸ਼ ਦੀ ਤਰਫ ਲੈ ਕੇ ਜਾਵੇ। ਔਰ ਜਿਹੜੀ ਚੀਜ਼ ਨੇ ਸਾਨੂੰ ਲਕਸ਼ ਤੋਂ ਦੂਰ ਲੈ ਕੇ ਜਾਣਾ ਹੈਗਾ, ਥੋੜ੍ਹੀ ਦੇਰ ਵਾਸਤੇ ਉਹਦੀ ਖੁਸ਼ੀ ਹੁੰਦੀ ਹੈ, ਅੱਗੇ ਜਾ ਕੇ ਉਹੀ ਫਿਰ ਬੋਝ ਬਣ ਜਾਂਦੀ ਹੈ, ਤਾਂ ਉਹਦੇ 'ਚ ਫਾਇਦਾ ਤਾਂ ਹੈ ਨਹੀਂ ਨਾ ਫਿਰ ਕੁਛ। ਸੋ ਨਾਲ ਵਿਵੇਕ ਦਾ ਇਸਤੇਮਾਲ ਕਰਨਾ ਚਾਹੀਦਾ। ਤਾਂ ਬਾਬਾ ਜੀ ਜਿੱਦਾਂ ਮਤਲਬ ਇੱਕ ਬੈਟਰ ਲਾਈਫ ਸਟਾਈਲ ਜੀਣ ਵਾਸਤੇ ਬਾਬਾ ਜੀ ਥੋੜ੍ਹੀ ਉਨੀ ਕੁ ਇੱਛਾ ਤੇ ਮਨ 'ਚ ਹੋਣੀ ਚਾਹੀਦੀ ਆ ਕਿ ਵਧੀਆ ਲਾਈਫ ਜੀ ਜਾ ਸਕੇ। ਮੈਂ ਤਾਂ ਕਿਹਾ ਕਿ ਐਂਬੀਸ਼ਨ ਹੋਣੀ ਚਾਹੀਦੀ ਹੈ ਬੇਟਾ, ਅੱਗੇ ਵਧਣਾ ਚਾਹੀਦਾ। ਇਹ ਕੋਈ ਮਾੜੀ ਗੱਲ ਨਹੀਂ ਕਿ ਜੀ ਮੈਂ ਆਪਣੇ ਬਾਲ ਬੱਚਿਆਂ ਵਾਸਤੇ ਹੋਰ ਕਮਾਈ ਕਰਾਂ, ਮੇਰੀ ਬਿਹਤਰ ਜ਼ਿੰਦਗੀ ਹੋਵੇ, ਇਹ ਤਾਂ ਮਾੜੀ ਗੱਲ ਨਹੀਂ ਗੀ, ਚੰਗੀ ਗੱਲ ਹੈ ਬੇਟਾ। ਬੇਟਾ ਆਪਾਂ ਨਾ ਪੈਸੇ ਨੂੰ ਮਾੜਾ ਕਹਿ ਦਿੰਦੇ ਆ, ਪੈਸਾ ਨਹੀਂ ਮਾੜਾ। ਜੋ ਪੈਸਾ ਜ਼ਿਆਦਾ ਸਾਡੇ ਕੋਲੇ ਆ ਜਾਂਦਾ, ਜੋ ਸਾਨੂੰ ਕਰਵਾਉਂਦਾ, ਉਹ ਮਾੜਾ ਹੈ, ਮਾੜੀ ਸੋਚ ਹੈ ਬੇਟਾ। ਹੁਣ ਆਪਾਂ ਔਰਤ ਨੂੰ ਮਾੜਾ ਕਹਿ ਦਿੰਦੇ ਆ। ਔਰਤ ਨੂੰ ਤੁਸੀਂ ਭੈਣ ਜਾਂ ਮਾਂ ਦੇ ਰੂਪ 'ਚ ਦੇਖੋ, ਉਹਦਾ ਅਹੁਦਾ ਬਹੁਤ ਉੱਚਾ ਹੈਗਾ। ਸਾਡੇ ਮਨ ਵਿੱਚ ਮੈਲ ਹੋਵੇ, ਅਸੀਂ ਔਰਤ ਨੂੰ ਉਹੋ ਜਿਹੀ ਨਜ਼ਰਾਂ ਦੇ ਨਾਲ ਦੇਖਦੇ ਹਾਂ, ਆਪ ਜ਼ਿੰਮੇਵਾਰੀ ਨਹੀਂ ਲੈਂਦੇ, ਉਹਨੂੰ ਮਾੜਾ ਬਣਾ ਦਿੰਦੇ। ਸੋ ਆਪਣੀ ਸੋਚ ਇਹ ਮਾੜੀ ਹੈ। ਸੋਚ ਠੀਕ ਹੋਊਗੀ ਤਾਂ ਸਾਰਾ ਕੁਝ ਹੀ ਚੰਗਾ ਹੋਊਗਾ। ਜੇ ਸੋਚ ਮਾੜੀ ਹੋਊਗੀ ਤਾਂ ਹਰੇਕ ਚੀਜ਼ ਸਾਡਾ ਨੁਕਸਾਨ ਕਰੂਗੀ ਬੇਟਾ। ਤੇ ਬਾਬਾ ਜੀ ਮੇਰਾ ਦੂਸਰਾ ਸਵਾਲ ਆ ਕਿ ਬਾਬਾ ਜੀ ਨਾ ਚਾਹੁੰਦੇ ਹੋਏ ਵੀ ਜਦੋਂ ਆਪਾਂ ਕਿਸੇ ਦੀ ਨਿੱਕੀ ਜਿਹੀ ਵੀ ਹੈਲਪ ਕਰ ਦਈਏ ਤੇ ਫਿਰ ਵੀ ਆਪਣੇ ਮਨ 'ਚ ਇੱਕ ਐਕਸਪੈਕਟੇਸ਼ਨ ਆ ਜਾਂਦੀ ਹੈ ਕਿ ਮਾਲਕ ਵੱਲੋਂ ਕਿ ਸ਼ਾਇਦ ਉਹ ਸਾਡਾ ਵਧੀਆ ਕਰੂਗਾ ਅੱਗੇ। ਨਹੀਂ ਬੇਟਾ ਦੇਖੋ, ਮਦਦ ਤਾਂ ਐਂ ਕਰਨੀ ਚਾਹੀਦੀ ਹੈ। ਹਜ਼ੂਰ ਕਿਆ ਕਰਦੇ ਸੀ ਨਾ, ਇੱਕ ਹੱਥ ਦਿੰਦਾ ਤਾਂ ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ। ਹਾਂਜੀ ਬਾਬਾ ਜੀ। ਤਾਂ ਗੱਲ ਹੈਗੀ ਹੈ। ਤੇ ਜੇ ਆਪਾਂ ਹਰੇਕ ਚੀਜ਼ ਨੂੰ ਗਿਣਤੀ ਵਿੱਚ ਪਾਵਾਂਗੇ ਬੇਟਾ, ਫਿਰ ਸਾਡੇ ਵੀ ਕਰਮਾਂ ਦਾ ਹਿਸਾਬ ਕਿਤਾਬ ਹੋਊਗਾ। ਉਸ ਵਕਤ ਅਸੀਂ ਫਿਰ ਕਿਵੇਂ ਮਾਫੀ ਮੰਗਾਂਗੇ ਬੇਟਾ। ਰਾਸਨ ਬਾਬਾ ਜੀ ਇੱਕ ਟਾਈਮ ਤੇ ਆ ਕੇ ਮਨ ਡੋਲ ਕਿਉਂ ਜਾਂਦਾ ਹੈ? ਵਿਸ਼ਵਾਸ ਦੀ ਕਮੀ ਬੇਟਾ। ਜੇ ਆਪਾਂ ਨੂੰ ਵਿਸ਼ਵਾਸ ਹੈਗਾ ਤਾਂ ਮਨ ਕਾਹਦੇ ਵਾਸਤੇ ਡੋਲੂਗਾ ਬੇਟਾ। ਸਾਡੇ ਮਨ ਵਿੱਚ ਚਾਹਤ ਇੰਨੀ ਹੈ ਬੇਟਾ, ਬਸ ਧਿਆਨ ਇੰਨਾ ਫੈਲਿਆ ਹੋਇਆ ਹੈਗਾ, ਇੱਕ ਮੰਗ ਪੂਰੀ ਨਹੀਂ ਹੁੰਦੀ, ਮਨ 10 ਹੋਰ ਅੱਗੇ ਰੱਖ ਲੈਂਦਾ ਹੈਗਾ। ਉਹ ਪੂਰੀ ਕਰਨ ਨੂੰ ਆਪਾਂ ਮਿਹਨਤ ਕਰਦੇ ਹਾਂ, ਉਹ ਹੋਰ ਉਨੀਆਂ ਹੋਰ ਅੱਗੇ ਰੱਖ ਦਿੰਦਾ ਹੈਗਾ। ਤਾਂ ਖੁਸ਼ੀ ਲੈਣ ਦਾ ਤਾਂ ਵਕਤ ਹੀ ਨਹੀਂ ਹੋਇਆ ਸਾਨੂੰ। ਕਿਸੇ ਵੀ ਚੀਜ਼ 'ਚੋਂ ਪੂਰੀ ਤਰ੍ਹਾਂ ਇਨਸਾਨ ਨੇ ਖੁਸ਼ੀ ਨਹੀਂ ਲਿੱਤੀ ਕਦੇ ਵੀ। ਜੇ ਲਿੱਤੀ ਹੁੰਦੀ ਤਾਂ ਇੰਨੀ ਖੁਸ਼ੀ ਮਿਲ ਜਾਂਦੀ ਕਿ ਉਹਨੂੰ ਅੱਗੇ ਹੋਰ ਮੰਗਣ ਦੀ ਲੋੜ ਹੀ ਨਾ ਪੈਂਦੀ। ਸੋ ਅਸੀਂ ਤਾਂ ਇਸ ਦੌੜ ਵਿੱਚ ਹੈ ਕਿ ਕਿਵੇਂ ਪੂਰਾ ਕਰਨਾ। ਖੁਸ਼ੀ ਕੋਈ ਨਹੀਂ ਹਾਸਿਲ ਕਰਦਾ। ਸੋ ਬੇਟਾ ਜਿੰਨਾ ਵਕਤ ਆਪਾਂ ਇਹਨਾਂ ਚੀਜ਼ਾਂ 'ਚ ਲਾਉਂਦੇ ਹਾਂ, ਜੇ ਉਸ ਤੋਂ ਆਪਾਂ ਥੋੜ੍ਹਾ ਜਿਹਾ ਵੀ ਮਾਲਕ ਦੇ ਨਾਲ ਲਾਇਆ ਹੁੰਦਾ, ਆਪਣੇ ਆਪ ਅੰਦਰੋਂ ਖੁਸ਼ੀ ਹੁੰਦੀ ਕਿ ਕਦੇ ਨਾ ਮਨ ਡੋਲਦਾ ਬੇਟਾ।